ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾਈ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਤੁਹਾਡੇ ਆਗੇ ਅਰਦਾਸ ਮਾਰੀ, ਜਿਉ ਪਿੰਡ ਸਭ ਤੇਰਾ, ਕੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨ ਜਾਣੇ ਮੇਰਾ। ਆਦਿ ਕਾਜੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸੇ ਹੋਈ ਸਹਾय। ਅਰਜਨ ਹਰਗੋਬਿੰਦ ਨੂੰ ਸਿਮਰਨ ਸ੍ਰੀ ਆਲਾਏ। ਸ੍ਰੀ ਅਰਜਨ ਤੇ ਆਈਏ, ਜੇ ਜਿੱਥੇ ਸਭ ਦੁਖ ਜਾਏ। ਸ਼੍ਰੀ ਗੁਰੂ ਤੇਗ ਬਹਾਦਰ ਸਿਮਰਿਏ, ਕਰਨੋਂ ਨਿਦਾਵੇ ਤਾਏ। ਦਸਮ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਸਹਾय। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੀ ਪਿੱਤਰ ਬਾਣੀ ਕੀ ਮਹਿਮਾ ਕਹੀ न ਜਾਏ। ਧੰਨ ਧੰਨ ਸਤਿਗੁਰੂ ਬਾਲਕ ਸਿੰਘ ਸਾਹਿਬ ਸਿਮਰਿਏ, ਜਿਨ੍ਹਾਂ ਧਰਮ ਦਾ ਮਾਰਗ ਦਿਆ ਬਤਾਏ। ਧੰਨ ਧੰਨ ਸਤਿਗੁਰੂ ਸੰਗਤਾ ਜੀ, ਧੰਨ ਧੰਨ ਸਤਿਗੁਰੂ ਰਾਮ ਸਿੰਘ ਜੀ, ਜਿਨ੍ਹਾਂ ਨਾਮ ਦਿਆ ਬਤਾਏ। ਧੰਨ ਧੰਨ ਸਤਿਗੁਰੂ ਨਰੈਣ ਦਾਸ ਸਾਹਿਬ ਜੀ, ਜਿਨ ਜਮ ਤੋਂ ਯਾਦ ਛਡਾਏ। ਧੰਨ ਧੰਨ ਸਤਿਗੁਰੂ ਸਾਧੂ ਰਾਮ ਸਾਹਿਬ ਜੀ, ਜਿਨ ਚਰਨੀ ਯਾਦ ਗਾਏ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਜੀ, ਜੋ ਅੰਤੇ ਹੋਏ ਸਹਾय। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਜੀ, ਜੋ ਅੰਗ ਸੰਗ ਹੋਏ ਸਹਾय। ਨਿਮਾਣਿਆਂ ਦੇ ਮਨ ਸਤਿਗੁਰੂ, ਨੀਤਾਣਿਆਂ ਦੇ ਤਾਨ ਸਤਿਗੁਰੂ। ਨਿਉ ਧਿਆਨ ਦਿਓ ਨਿਆਸਿਓ ਕੇ ਆਸਰਾ। ਨਿਰਲੱਜਿਆਂ ਦੀ ਲੱਜ, ਨਿਪਤਿਆਂ ਦੀ ਪਤ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਦੀ ਆਜੂਰੀ ਸੰਗਤਾਂ ਇਕੱਤਰ ਹੋ ਕੇ ਆਪ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋੜੀਆਂ ਕਰ ਰਹੀਆਂ ਹਨ। ਪਾਤਸ਼ਾਹ ਕੀਤਾ ਲੋੜੀਏ ਕੰਮ ਸੁਹਲ ਪਿਆ ਕੀਏ, ਕਾਰਜ ਦੇ ਸੁਹਾਰ ਸਤਿਗੁਰ ਸਜਤਾ ਕੀਏ। ਸੰਤਾਂ ਸੰਗ ਨਿਧਾਨ ਅੰਮ੍ਰਿਤ ਜਾ ਕੀਏ, ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ। ਨਾਨਕ ਹਰ ਗੁਣ ਗਾਇਆ ਲਖ ਪ੍ਰਭ ਰਾਖੀਏ। ਆਪ ਜੀ ਦੇ ਮਾਂ ਵਾਕ ਅਨੁਸਾਰ, ਆਪ ਜੀ ਦੀ ਓਟ ਆਸਰਾ ਲੈ ਕੇ ਆਪ ਵੇਰ ਕਰਨੀ ਬਖਸ਼ਿਸ਼ ਕਰਨੀ। ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਜੋ ਆਪ ਜੀ ਮਿੱਠੇ ਮਿੱਠੇ ਵਚਨ ਕਰੋਗੇ, ਇਹ ਆਪ ਦੀਆਂ ਸੰਗਤਾਂ ਦੇ ਹਿਰਦੇ 'ਚ ਵਰਸਾਉਣੇ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ ਪਾਤਸ਼ਾਹ। ਆਪਣੀਆਂ ਸੰਗਤਾਂ ਨੂੰ ਆਪ ਉਦਮ ਉਚਾਰ ਬਖਸ਼ ਕੇ ਆਪਣੇ ਦਰਬਾਰ ਦੀ ਹਾਜ਼ਰੀਆਂ ਬਖਸ਼ਣੀਆਂ ਪਾਤਸ਼ਾਹ। ਬਖਸ਼ਿਸ਼ ਕਰਨਾ ਵਿਛੜੀ ਨਾ ਵਿਛਾਰੀ, ਨਾ ਭੁੱਲੀ ਤੇ ਨਾ ਭੁਲਾਵੀਂ। ਚਾਨਾਂ ਦਾ ਪਿਆਰ ਬਖਸ਼ਣਾ, ਅੰਮ੍ਰਿਤ ਵੇਲ ਦਾ ਜਾਗਣਾ ਬਖਸ਼ਣਾ, ਇਸ਼ਨਾਨ ਦਾ ਦਾਨ ਬਖਸ਼ਣਾ, ਦੋਨੋਂ ਕਦਮ 'ਚ ਨੇ ਬਖਸ਼ਣਾ। ਸਵਾਸ ਸਵਾਸ ਭਜਨ ਕਰਨ ਦੀ ਤਾਕਤ ਬਖਸ਼ਣੀ। ਆਪਣੇ ਸੂਰ ਸਾਹਿਬ ਦੇ ਰਚਨ, ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਬਖਸ਼ੀਆਂ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ। ਸਰਬੱਤ ਸੰਗਤ ਦੇ ਪਾਤਸ਼ਾਹ ਜੀ, ਅਰਦਾਸ ਬੇਨਤੀ ਹੈ ਪਾਤਸ਼ਾਹ, तुम करो दया मेरे साईं। ऐसी मत दीजिए मेरे ठाकर, सदा सदा तो ध्याई बख्शिश करें। आप जी के हुक्म अनुसार चार पैर सुखरी बतीत हुई है। दिन चलिया पातशाह जी, आप जी का कोट कोट शुकराना है। अपनी गोद बख्शी ने बाकी अमृत वेले दी, बाकी का दिन सुखला बताना। सही सजन मिलना, जिन्ना मेरिया उच्चा सुच्चा नाम चेता होवे। श्री गुरु नानक नाम चढ़दी कला, तेरे पानी सरबत का पला। तार्या जहान लया अभिमान, जिने दर्शन पाया।
ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਮਿਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਮਿਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਮਿਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਮਿਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ
ਜਿਨੇ ਤੁਧਨੋ ਤਨ ਕਹਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਗਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਹਿਆ ਤਿਨ ਜਮ ਆਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਗਿਆ ਤਿਨ ਜਮ ਨੇੜ ਨਾਇਆ ਮਨ ਸਾਚਾ ਮੁਖ ਸਾਚਾ ਸੋਏ ਸਾਚਾ ਤੇਰਾ ਨਾਮ ਜੀ ਨਿਰਭਉ ਤੇ ਨਿਰਵੈਰ ਹੈ ਮੇਰੇ ਸਤਿਗੁਰ ਸੇਵਾ ਰਾਮ ਜੀ ਸਤਿਗੁਰ ਸੇਵਾ ਰਾਮ ਜੀ ਸਾਡੇ ਅੰਗ ਸੰਗ ਹੋਏ ਸਹਾਏ ਸਤਿਗੁਰ ਸੇਵਾ ਰਾਮ ਜੀ ਸਾਡੇ ਅੰਗ ਸੰਗ ਹੋਏ ਸਹਾਏ ਸਾਹਿਬ ਸੰਤ ਮਾਤਾ ਜੀ ਨੇ ਕੀਤਾ ਹੈ ਕਮਾਲ ਸਾਰਿਆਂ ਨੂੰ ਇਕੱਠਾ ਕਰਕੇ ਰੱਖਿਆ ਹੈ ਸਮਾਲ ਨਾਮ ਜਪਦੇ ਨਾਮ ਜਪਾਂਦੇ ਇਹ ਹੈ ਇਹਨਾਂ ਦਾ ਕਾਰੋਬਾਰ ਤਨ ਤਨ ਸ੍ਰੀ ਗੁਰੂ ਨਾਨਕ ਜਾਵਾ ਚਰਨਾ ਤੋਂ ਬਲਿਹਾਰ ਤਨ ਤਨ ਛੇਵੇਂ ਪਾਤਸ਼ਾਹ ਜਾਵਾ ਚਰਨਾ ਤੋਂ ਬਲਿਹਾਰ ਤਨ ਤਨ ਸਾਹਿਬ ਸੰਤ ਮਾਤਾ ਜੀ ਦੇ ਚਰਨਾ ਤੋਂ ਬਲਿਹਾਰ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ ਦੀ ਜੈ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ दंडोत बंदन अनेक बार सर्व कला समरथ डोलन तेरा खो प्रभु नानक दे कर हथ होवे सिफत खसम दी नूर अरसों कुरसों चटिए तुद डिठे सचे पातशाह मल जन्म जन्म दी कटिय सच जे गुरपुर माया क्यों एदो बोलो हटिय तुद डिठे सचे पातशाह मल जन्म जन्म दी कटिय तुद डिठे सचे पातशाह मल जन्म जन्म दी कटिय एक ओंकार सतगुर प्रसाद तन तन सिर सतगुरु बालक सिंह साहिब सचे पातशाह जी तन तन सिर सतगुरु संगता साहिब सचे पातशाह जी तन तन सिर सतगुरु नैनदास साहिब सचे पातशाह जी तन तन श्री सतगुरु संतूराम साहिब सचे पातशाह जी। अंत न सिफती कहण न अंत न करण देण न अंत
अंत न वेखण सुणन न अंत, अंत न जापै क्या मन मंत। अंत न जापै कीता आकार, अंत न जापै पारावार। अंत कारण के ते बिल लाए, ताके अंत न पाए जाए। एहो अंत न जाने कोए, बहुता कहिए बहुता होए। बड़ा साहिब ऊंचा थाओ, ऊंचे ऊपर ऊंचा नाओ। ए बड़ ऊंचा होवे कोए, तिस ऊंचे को जाने सोए। जे बड़ आप जाने आप आप, नानक नदरी करमी दात। ना उस दियां सिफतां दा कोई अंत है, ਅਤੇ ਨਾ ਹੀ ਕਹਿਣ ਵਾਲਿਆਂ ਦਾ। ਨਾ ਹੀ ਉਸ ਦੀਆਂ ਕਰਨੀਆਂ ਕੀਤੇ ਕਾਰਜਾਂ ਦਾ ਕੋਈ ਅੰਤ ਹੈ, ਅਤੇ ਨਾ ਹੀ ਉਸ ਦੀਆਂ ਦਾਤਾਂ ਦੇਣ ਦਾ। ਵੇਖਣ ਤੇ ਸੁਣਨ ਨਾਲ ਹੀ ਉਸ ਦੇ ਗੁਣਾਂ ਦਾ ਪਾਰ ਨਹੀਂ ਪਾ ਸਕੀਦਾ। ਨਾ ਹੀ ਇਸ ਗੱਲ ਦਾ ਕੋਈ ਅੰਤ ਹੈ ਕਿ ਬ੍ਰਹਿਮੰਡ ਦੀ ਰਚਨਾ ਕਰਨ ਵਾਲੇ, ਬ੍ਰਹਿਮੰਡ ਦੀ ਰਚਨਾ ਕਰਨ ਵੇਲੇ ਉਸ ਦੇ ਮਨ ਵਿੱਚ ਕੀ ਪ੍ਰਯੋਜਨ ਸੀ, ਇਸ ਗੱਲ ਦਾ ਵੀ ਥੋ ਨਹੀਂ ਮਿਲਦਾ ਕਿ ਕਦ ਉਸਨੇ ਇਹਨਾਂ ਆਕਾਰਾਂ ਨੂੰ ਸਿਰਜਿਆ ਹੈ। ਉਸ ਅਨੰਤ ਦੇ ਪਾਰ ਉਰਾਹਾ ਦਾ ਵੀ ਕੋਈ ਅੰਤ ਨਹੀਂ ਹੈ। ਉਸ ਦਾ ਅੰਤ ਪਾਉਣ ਲਈ ਕਿਤਨੇ ਹੀ ਜੀਵ ਤਰਲੇ ਲੈ ਰਹੇ ਹਨ, ਪਰ ਉਸ ਅਨੰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਪ੍ਰਭੂ ਦੇ ਨਿਮਿਤ ਜਿਤਨਾ ਵੀ ਬਹੁਤਾ ਕਿਹਾ ਜਾਂਦਾ ਹੈ, ਉਤਨਾ ਹੀ ਬਹੁਤਾ ਕਹਿਣ ਲਈ ਉਹ ਹੋਰ ਵੱਡਾ ਦਿਸ ਪੈਂਦਾ ਹੈ। ਭਾਵ ਮਨੁੱਖ ਨੂੰ ਹੋਰ ਸੋਝੀ ਹੋ ਆਉਂਦੀ ਹੈ ਅਤੇ ਉਹ ਹੋਰ ਕਹਿਣ 'ਤੇ ਮਜਬੂਰ ਹੁੰਦਾ ਹੈ। ਉਹ ਸਾਹਿਬ ਵੱਡਾ ਹੈ, ਉਸ ਦਾ ਥਾਨ ਉੱਚਾ ਹੈ। ਉਸ ਉੱਚੇ ਤੋਂ ਉੱਪਰ ਉਸ ਦਾ ਨਾਂ ਹੈ। ਜਿਤਨਾ ਉੱਚਾ ਉਹ ਪਰਮੇਸ਼ਰ ਹੈ, ਉਤਨਾ ਹੀ ਉੱਚਾ ਕੋਈ ਆਪ ਹੋਵੇ, ਤਦ ਹੀ ਉਸ ਉੱਚੇ ਨੂੰ ਜਾਣਿਆ ਜਾ ਸਕਦਾ ਹੈ। ਜਿਤਨਾ ਵੱਡਾ ਉਹ ਪਰਮੇਸ਼ਰ ਆਪ ਹੈ, ਉਹ ਆਪ ਹੀ ਆਪਣੇ ਵੱਡਪਣ ਨੂੰ ਜਾਣਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਸ ਦੀ ਮਿਹਰ ਦ੍ਰਿਸ਼ਟੀ ਨਾਲ ਹੀ ਉਸ ਦੀ ਦਾਤ ਮਿਲਦੀ ਹੈ। 7ਵੇਂ ਦਿਨ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਕਥਾ ਦਾ ਆਰੰਭ ਇਉਂ ਕੀਤਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨ ਤਮਾਏ। केते मंगे जोध अपार, केते अगणत नहीं विचार। केते खप टूटे बेकार, केते लल मुकर पाए। केते मूरख खाई खाए, केते दुख भूख सदमार। ए भी दात तेरी दातार, बंद खलासी पाणै होए। और आख न सकै कोए, जे को खाए के आखण पाए। ओह जाने जेतिया मुँह खाए, आपे जाने आपे दे। आखे से भी के ही के, जिसनो बख्शे सिफत सलाहा। नानक पात साही पात साओ। प्रभु दी बख्शिश बहुत है, उन्हां नूं लिखिया नहीं जा सकता। ਉਹ ਦਾਤਾ ਵੱਡਾ ਹੈ, ਉਸ ਨੂੰ ਲੈਣ ਦੀ ਤਿਲ ਮਾਤਰ ਦੀ ਵੀ ਲਾਲਚ ਨਹੀਂ ਹੈ। ਸਾਰੇ ਉਸ ਪਾਸੋਂ ਹੀ ਮੰਗਦੇ ਹਨ। ਬੇਸ਼ੁਮਾਰ ਯੋਧੇ ਉਸ ਪਾਸੋਂ ਮੰਗ ਰਹੇ ਹਨ। ਮੰਗਣ ਵਾਲਿਆਂ ਦਾ ਕੋਈ
हिसाब किताब नहीं। कितने ही दाता लैके फकीरां विच फस के, कितने ही दाता लैके विकारां विच फस के मर खप गए हैं। कितने ही प्रभु तो दाता लैके मुकर गए हैं। कितने ही अजिहे मूर्ख हैं ਜਿਹੜੇ ਖਾਣਾ ਹੀ ਖਾਣਾ ਜਾਣਦੇ ਹਨ। ਕਿਤਨਿਆਂ ਨੂੰ ਹੀ ਭੁੱਖਾਂ ਤੇ ਦੁੱਖਾਂ ਦੀ ਮਾਰ ਸਦਾ ਹੀ ਪੈਂਦੀ ਰਹਿੰਦੀ ਹੈ। हे ਦਾਤਾ, ਇਹ ਵੀ ਤੇਰੀ ਬਖਸ਼ਿਸ਼ ਹੀ ਸਮਝਣੀ ਚਾਹੀਦੀ ਹੈ ਕਿ ਉਹ ਦੁੱਖਾਂ ਦੇ ਮੂੰਹ ਆ ਕੇ ਵੀ ਸੁਧਰ ਜਾਣਾ ਤੇਰੇ ਪਾਣੇ ਵਿੱਚ ਚੱਲਣ ਨਾਲ ਹੀ ਬੰਦ ਖਲਾਸੀ ਹੁੰਦੀ ਹੈ। हे दाता, ਇਹ ਵੀ ਤੇਰੀ ਬਖਸ਼ਿਸ਼ ਹੀ ਸਮਝਣੀ ਚਾਹੀਦੀ ਹੈ ਕਿ ਉਹ ਦੁੱਖਾਂ ਦੇ ਮੂੰਹ ਆ ਕੇ ਵੀ ਸੁਧਰ ਜਾਣਾ ਤੇਰੇ ਪਾਣੇ ਵਿੱਚ ਚੱਲਣ ਨਾਲ ਹੀ ਬੰਦ ਖਲਾਸੀ ਹੁੰਦੀ ਹੈ। ਹੋਰ ਵੀ ਹੋ ਸਕਦੀ ਹੈ, ਕੋਈ ਨਹੀਂ ਕਹਿ ਸਕਦਾ। ਜੇ ਕੋਈ ਮੂਰਖ ਦਖਲ ਦੇਣ ਦੀ ਆਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਕਿਤਨੀਆਂ ਮੂੰਹ 'ਤੇ ਚੋਟਾਂ ਖਾਣੀਆਂ ਪੈਂਦੀਆਂ ਹਨ। ਚੋਟਾਂ ਖਾਣੀਆਂ ਪਈਆਂ ਹਨ, ਉਹ ਹੀ ਜਾਣਦਾ ਹੈ। ਅਕਾਲ ਪੁਰਖ ਆਪ ਹੀ ਹਰ ਇੱਕ ਦੀ ਲੋੜ ਨੂੰ ਜਾਣਦਾ ਹੈ ਅਤੇ ਆਪਣੇ ਆਪ ਹੀ ਉਸ ਦੀ ਲੋੜ ਅਨੁਸਾਰ ਦਿੰਦਾ ਹੈ। ਇਸ ਗੱਲ ਨੂੰ ਵਿਰਲੇ ਹੀ ਮੰਨਦੇ ਤੇ ਕਹਿੰਦੇ ਹਨ, ਪਰ ਅਸਲੀ ਗੱਲ ਜਿਨ੍ਹਾਂ ਨੂੰ ਉਹ ਆਪਣੀ ਸਿਫਤ ਸਲਾਹ ਦੀ ਬਖਸ਼ਿਸ਼ ਕਰਦਾ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਅਜਿਹੇ ਜੀਵ ਪਾਤਸ਼ਾਹਾਂ ਦੇ ਪਾਤਸ਼ਾਹ ਹੋ ਜਾਂਦੇ ਹਨ। ਇਸ ਤੋਂ ਬਾਅਦ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਫਰਮਾਇਆ, ਭਾਈ ਜੀਤਾ ਰਾਮ, ਹੁਣ ਅਗਲੀ ਪੌੜੀ ਪੜੋ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਐ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁਰ ਪਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੇ ਗੋਵਿੰਦ, ਆਖੇ ਈਸਰ ਆਖੇ ਸਿੱਧ, ਆਖੇ केते कीते बुध, आखे दानव आखे देव, आखे सुर नर मुन जन सेव, केते आखे आखण पाहे, केते कह कह उठ उठ जाहे, एते कीते होर करे, ता आख न सकै के, जेवड़ पावै तेवड़ होए, नानक जाने साचा सोए, जे को आखे बोल विगाड़, ता लिखिए सिर गावारा गावार। ਕਰਤਾ ਪੁਰਖ ਦੇ ਗੁਣ ਅਮੋਲਕ ਅਮੁੱਲ ਹਨ, ਭਾਵ ਕੀਮਤ ਤੋਂ ਬਹੁਤ ਉੱਪਰ ਹਨ। ਉਹਨਾਂ ਗੁਣਾਂ ਦੇ ਵਪਾਰ ਦੀ ਕੀਮਤ ਵੀ ਨਹੀਂ ਪੈ ਸਕਦੀ। ਕੋਈ ਜੀਵ ਪ੍ਰਭੂ ਦੇ ਗੁਣਾਂ ਦੀ ਕੀਮਤ ਨਹੀਂ ਪਾ ਸਕਦਾ। ਉਹਨਾਂ ਗੁਣਾਂ ਦੇ ਵਪਾਰੀ ਵੀ ਅਮੋਲਕ ਹਨ ਅਤੇ ਉਹਨਾਂ ਗੁਣਾਂ ਦੇ ਖਜ਼ਾਨੇ ਵੀ ਅਮੋਲਕ ਹਨ। ਉਹਨਾਂ ਦੇ ਖਰੀਦਦਾਰ ਵੀ ਮੁੱਲ ਰਹਿਤ ਹੋ ਕੇ ਨਿਰਮਾਣ ਬਣ ਕੇ ਲੈਣ ਆਉਂਦੇ ਹਨ ਅਤੇ ਅਮੋਲਕ ਨਾਮ ਵਿਹਾਜ ਕੇ ਤੁਰ ਜਾਂਦੇ ਹਨ। ਪ੍ਰਭੂ ਪ੍ਰੇਮ ਮੁੱਲ ਤੋਂ ਉੱਪਰ ਹੈ। ਜੋ ਜੀਵ ਪ੍ਰਭੂ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ, ਉਹਨਾਂ ਦਾ ਵੀ ਮੁੱਲ ਨਹੀਂ ਪੈ ਸਕਦਾ। ਧਰਮ ਵੀ ਅਮੋਲਕ ਹੈ ਅਤੇ ਉਸ ਦਾ ਦਰਬਾਰ ਵੀ ਅਮੋਲਕ ਹੈ।
ਉੱਥੇ ਦੇ ਤਰਾਜੂ, ਤਕੜੀ ਅਤੇ ਵੱਟੇ ਵੀ ਅਮੋਲਕ ਹੈ ਅਤੇ ਪੈਮਾਨਾ ਵੀ ਅਮੋਲਕ ਹੀ ਹੈ। ਬਖਸ਼ਿਸ਼ ਅਤੇ ਬਖਸ਼ਿਸ਼ ਦੇ ਨਿਸ਼ਾਨ ਵੀ ਮੁੱਲੋਂ ਪਰੇ ਹਨ। ਪ੍ਰਭੂ ਦੀ ਮਿਹਰ ਮੁੱਲ ਤੋਂ ਰਹਿਤ ਹੈ ਅਤੇ ਅਮੁੱਲ ਹੈ। ਉਸ ਦਾ ਹੁਕਮ ਵੀ ਅਮੁੱਲਾਂ ਵਿੱਚੋਂ ਅਮੁੱਲ, ਉਹ ਆਪ ਪ੍ਰਭੂ ਹੈ। ਉਸ ਦਾ ਵਰਣਨ ਨਹੀਂ ਹੋ ਸਕਦਾ। ਜਿਨ੍ਹਾਂ ਭਗਤਾਂ ਨੇ ਉਸ ਪ੍ਰਭੂ ਦੇ ਗੁਣਾਂ ਦਾ ਗਾਇਨ ਕੀਤਾ, ਉਹ ਗਾ ਗਾ ਕੇ ਉਸ ਦੀ ਲਿਵ ਦੇ ਧਾਰਣੀ ਹੋ ਗਏ। ਵੇਦਾਂ ਅਤੇ ਪੁਰਾਣਾਂ ਦੇ ਪਾਠਾਂ ਦੁਆਰਾ ਪ੍ਰਭੂ ਦੀ ਮਹਿਮਾ ਗਾਈ ਜਾਂਦੀ ਹੈ। ਪੜ੍ਹਨ ਵਾਲੇ ਅਤੇ ਵਖਿਆਨ ਕਰਨ ਵਾਲੇ ਵਿਦਵਾਨ ਵੀ ਕਰਤਾ ਪੁਰਖ ਦੀ ਮਹਿਮਾ ਹੀ ਕਰਦੇ ਹਨ। ਬ੍ਰਹਮਾ ਅਤੇ ਇੰਦਰ ਵੀ ਉਸਤਤ ਰਾਹੀਂ ਵਰਣਨ ਕਰ ਰਹੇ ਹਨ, ਭਾਵ ਉਸ ਦਾ ਅੰਦਾਜ਼ਾ ਲਗਾ ਰਹੇ ਹਨ। ਗੋਪੀਆਂ ਅਤੇ ਕ੍ਰਿਸ਼ਨ ਵੀ ਉਸ ਪਰਮਾਤਮਾ ਦੀ ਹੀ ਉਸਤਤ ਕਰ ਰਹੇ ਹਨ। ਸ਼ਿਵ ਜੀ ਅਤੇ ਸਿੱਧ ਵੀ ਉਸ ਦਾ ਜਸ ਗਾਉਂਦੇ ਹਨ। ਕਿਤਨੇ ਹੀ ਬੁੱਧੀਮਾਨ ਜੋ ਪਰਮੇਸ਼ਰ ਨੇ ਪੈਦਾ ਕੀਤੇ ਹਨ, ਉਹ ਵੀ ਪ੍ਰਭੂ ਦੇ ਗੁਣ ਹੀ ਆਪ ਗਾ ਰਹੇ ਹਨ। ਰਾਖਸ਼ ਅਤੇ ਦੇਵਤੇ ਵੀ ਕਥ ਰਹੇ ਹਨ। ਉਸ ਦਾ ਜਸ ਦੇਵਤੇ, ਮਨੁੱਖ, ਮੁਨਜਨ ਅਤੇ ਸੇਵਕ, ਸ਼ੈਵ ਮਤ ਵਾਲੇ ਵੀ ਕਰਦੇ ਹਨ। ਕਈ ਪ੍ਰਭੂ ਦੇ ਗੁਣਾਂ ਦਾ ਅੰਦਾਜ਼ਾ ਲਾ ਰਹੇ ਹਨ ਅਤੇ ਕਈ ਇਸ ਦਾ ਯਤਨ ਕਰ ਰਹੇ ਹਨ। ਕਈ ਆਖਦੇ ਵੀ ਉੱਠ ਟੁਰਦੇ ਹਨ। ਇਤਨੇ ਜੋ ਜੀਵ ਪ੍ਰਭੂ ਨੇ ਪੈਦਾ ਕੀਤੇ ਹਨ, ਜੋ ਇਤਨੀ ਹੀ ਹੋਰ ਰਚਨਾ ਰਚ ਦੇਵੇ, ਤਾਂ ਵੀ ਕੋਈ ਅਜਿਹਾ ਨਹੀਂ ਹੋਵੇਗਾ ਜੋ ਦੱਸ ਸਕੇ ਕਿ ਪ੍ਰਭੂ कैसा है, क्योंकि जितना वड्डा वो होना चाहे उतना वड्डा हो सकता है। श्री गुरु नानक देव जी आखदे हन, अपने आप नू सच्चा साहिब आप ही जानदा है। जे कोई बोल विगाड़ पाव कोई बड़ बोला मनुख दसन लगे, जे कोई बोल विगाड़ पाओ कोई बड़ बोला मनुख दसन लगे, ਤਾਂ ਉਹ ਮੂਰਖਾਂ ਦਾ ਮੂਰਖ ਹੈ। ਮੈਂ ਇਹੀ ਕਹਿ ਸਕਦਾ ਹਾਂ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸਮਾਲੇ, ਵਾਜੇ ਨਾਦ ਅਨੇਕ ਅਸੰਖਾ, केते वामण हारे, केते राग परिस्यो कयन, केते गावण हारे, गावह तोनो पौण पाणी बैसंतर, गावह राजा तरम दुआरे, गावह चित गुपत लिख जाने, लिख लिख तरम विचारे, गावह ईसर बर्मा देवी, सोहन सदा सवारे, गावह इंदासन बैठे, देवते आदर नाले, गावह सिद्ध समाधि अंदर, गावन साध विचारे, गावन जति सती संतोखी, गावह वीर करारे, गावन पंडित पढ़न रखी सर, जुग जुग वेदा नाले, गावह मोहनिया मनमोहन, सुरगा मछ पयाले, गावन रतन उपाय तेरे, 68 तीरथ नाले, गावह जोध महाबल सूरा, गावह खाणी चारे, गावह खंड मंडल वर पंडा, कर कर रखे तारे, सेई तुधनो गावह, जो तुध पावन, रते तेरे भगत रसाले, होर केते गावन, से मैं चित न आवन,
नानक क्या विचारे, सोई सोई सदा सच साहिब, साचा साची नाई। है भी होसी जाए न जासी, रचना जिन रचाई। रंगी रंगी पाती कर कर, जिनसी माया जिन उपाई। कर कर वेखै कीता अपना, जिव तिस दी वड्याई। जो तिस पावै सोई करसी, हुक्म न करना जाई। सो पातशाहो साहा पात साहिब, नानक रहन रजाई। परमेश्वर दा ओ दर द्वारा किहो जिहा है, ਉਹ ਘਰ ਕਿਸ ਤਰ੍ਹਾਂ ਦਾ ਹੈ ਜਿੱਥੇ ਬਹਿ ਕੇ ਉਹ ਸਾਰਿਆਂ ਦੀ ਸੰਭਾਲ ਕਰਦਾ ਹੈ। ਤੇਰੇ ਦਰ ਉੱਤੇ ਕਿਤਨੇ ਹੀ ਵਾਜੇ ਅਨੇਕ ਨਾਦ ਪੈਦਾ ਕਰ ਰਹੇ ਹਨ ਅਤੇ ਅਣਗਿਣਤ ਵਾਜੇ ਵਜਾਉਣ ਵਾਲੇ ਹਨ। ਕਿਤਨੇ ਹੀ ਰਾਗਾ ਰਾਗਣੀਆਂ ਰਾਹੀਂ ਗੁਪਤ ਤੇ ਸਾਖਿਆਤ ਰੂਪ ਵਿੱਚ ਗਾ ਰਹੇ ਹਨ ਅਤੇ ਕਿਤਨੇ ਹੀ ਰਾਗਾਂ ਦੇ ਗਾਉਣ ਵਾਲੇ ਹਨ। ਪੌਣ, ਪਾਣੀ ਅਤੇ ਅਗਨੀ ਤੇਰਾ ਜਸ ਗਾ ਰਹੇ ਹਨ। ਧਰਮਰਾਜ ਵੀ ਤੇਰੇ ਦੁਆਰੇ 'ਤੇ ਬੈਠਾ ਤੇਰਾ ਜਸ ਗਾ ਰਿਹਾ ਹੈ, ਤੈਨੂੰ ਗਾ ਰਹੇ ਹਨ। ਚਿੱਤਰਗੁਪਤ ਜੋ ਜੀਵਾਂ ਦਾ ਲੇਖਾ ਲਿਖਣਾ ਜਾਣਦੇ ਹਨ, ਜਿਨ੍ਹਾਂ ਦੀ ਲਿਖੀ ਲਿਖਤ ਉੱਪਰ ਧਰਮਰਾਜ ਵਿਚਾਰ ਕਰਦਾ ਹੈ, ਦੇਵੀਆਂ ਸਹਿਤ ਤੈਨੂੰ ਗਾ ਰਹੇ ਹਨ। ਸ਼ਿਵ ਜੀ ਅਤੇ ਬ੍ਰਹਮਾ ਜਿਹੜੇ ਸਦਾ ਹੀ ਸਵਾਰੇ ਤੇਰੇ ਦਰ ਉੱਪਰ ਸੋਭਨੀਕ ਹਨ, ਤੇਰੇ ਦਰ ਉੱਤੇ ਹੋਰ ਦੇਵਤਿਆਂ ਸਮੇਤ ਸਿੰਘਾਸਨ ਉੱਪਰ ਇੰਦਰ ਬੈਠਾ ਤੈਨੂੰ ਗਾ ਰਿਹਾ ਹੈ। ਸਿੱਧ ਸਮਾਧੀ ਵਿੱਚ ਹੀ ਹੋ ਕੇ, ਸਿੱਧ ਸਮਾਧੀ ਵਿੱਚ ਵੀ ਹੋ ਕੇ ਗਾ ਰਹੇ ਹਨ। ਸਾਧੂ ਗਿਆਨ ਵਿਚਾਰ ਦੁਆਰਾ ਗਾ ਰਹੇ ਹਨ। ਜਤੀ, ਸਤੀ, ਸੰਤੋਖੀ ਅਤੇ ਤਕੜੇ ਯੋਧੇ ਵੀ ਤੇਰਾ ਹੀ ਜਸ ਗਾ ਰਹੇ ਹਨ। ਪੜ੍ਹਨ ਵਾਲੇ ਪੰਡਤ, ਵੱਡੇ ਵੱਡੇ ਰਿਸ਼ੀ ਵੇਦਾਂ ਸਮੇਤ ਜੁਗਾ ਜੁਗਾਂ ਤੋਂ ਗਾ ਰਹੇ ਹਨ। ਸਵਰਗ, ਮਾਤਲੋਕ ਅਤੇ ਪਾਤਾਲ ਦੀਆਂ ਮਨਮੋਹਣ ਵਾਲੀਆਂ ਸੁੰਦਰ ਇਸਤਰੀਆਂ ਤੇਰਾ ਜਸ ਗਾ ਰਹੀਆਂ ਹਨ। ਤੇਰੇ ਉਪਾਏ ਹੋਏ ਰਤਨ ਜੋ ਸਮੁੰਦਰ ਰਿੜਕਣ ਵੇਲੇ ਨਿਕਲੇ ਸਨ, 68 ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ। ਯੋਧੇ ਅਤੇ ਮਹਾਬਲੀ ਸੂਰਮੇ ਵੀ ਤੈਨੂੰ ਗਾ ਰਹੇ ਹਨ। ਚਾਰੇ ਖਾਣੀਆਂ, ਅੰਡਜ, ਜੇਰਜ, ਸੇਤਜ ਅਤੇ ਉਤਪੁਜ ਦੇ ਜੀਵ ਗਾ ਰਹੇ ਹਨ। ਖੰਡ, ਮੰਡਲ ਅਤੇ ਬ੍ਰਹਿਮੰਡ ਜੋ ਤੇਰੇ ਰਚੇ ਹੋਏ ਹਨ ਅਤੇ ਜੋ ਤੇਰੇ ਹੀ ਆਸਰੇ ਕਾਇਮ ਹਨ, ਤੈਨੂੰ ਗਾ ਰਹੇ ਹਨ। ਉਹੀ ਤੈਨੂੰ ਗਾਉਂਦੇ ਹਨ ਜਿਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਰਸੀਏ ਹੋ ਕੇ ਤੇਰੀ ਭਗਤੀ ਵਿੱਚ ਲੱਗੇ ਹੋਏ ਹਨ। ਹੋਰ ਕਿਤਨੇ ਹੀ ਤੈਨੂੰ ਗਾਉਂਦੇ ਹਨ ਜੋ ਮੇਰੇ ਚੇਤੇ ਵਿੱਚ ਨਹੀਂ ਆਉਂਦੇ। ਉਹਨਾਂ ਦੀ ਨਾਨਕ ਜੀ ਕਹਿੰਦੇ ਹਨ, ਮੈਂ ਕੀ ਵਿਚਾਰ ਕਰਾਂ। ਉਹ ਕਰਤਾ ਪੁਰਖ ਮਾਲਕ ਹੈ, ਉਹੀ ਸਦਾ ਕਾਇਮ ਰਹਿਣ ਵਾਲੀ ਹਸਤੀ ਵਾਲਾ ਹੈ। ਜੋ ਆਪ ਸੱਚਾ ਹੈ, ਉਸ ਦੀ ਵਡਿਆਈ ਵੀ ਸੱਚੀ ਹੈ। ਕਰਤਾ ਪੁਰਖ ਜਿਸ ਨੇ ਸਾਰੀ ਰਚਨਾ ਰਚੀ ਹੈ, ਉਹ ਹੈ ਅਤੇ ਸਦਾ ਹੀ ਹੋਵੇਗਾ। ਨਾ ਜੰਮਦਾ ਹੈ ਨਾ ਮਰੇਗਾ। ਰੰਗਾਂ ਰੰਗ ਦੀ ਭਾਂਤ ਦੀ ਕਿਸਮਾਂ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ। ਜੋ ਰਚਨਾ ਸਾਜ ਕੇ ਪਾਲਣ ਅਤੇ ਸੰਭਾਲਣ ਕਰਦਾ ਹੈ।
ਜਿਵੇਂ ਕਿ ਉਸ ਦੀ ਆਪਣੀ ਉੱਚੀ ਸ਼ਾਨ ਹੈ। ਉਸ ਪਰਮੇਸ਼ਰ ਨੂੰ ਜੋ ਭਾਉਂਦਾ ਹੈ ਉਹ ਸੋ ਹੀ ਕਰਦਾ ਹੈ, ਉਹ ਸੋਈ ਹੀ ਕਰਦਾ ਹੈ। ਉਸ ਉੱਪਰ ਕੋਈ ਹੁਕਮ ਨਹੀਂ ਕੀਤਾ ਜਾ ਸਕਦਾ। ਉਹ ਪਾਤਸ਼ਾਹ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਸਾਨੂੰ ਉਸ ਦੀ ਰਜ਼ਾ ਵਿੱਚ ਚੱਲਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਸਾਨੂੰ ਉਪਦੇਸ਼ ਦਿੰਦੇ ਹਨ। ਜਦੋਂ ਸਤਿਗੁਰੂ ਨਾਨਕ ਦੇਵ ਜੀ ਜਗਤ ਦਾ ਕਲਿਆਣ ਕਰਦੇ ਕਰਦੇ ਸੁਮੇਰ ਪਰਬਤ 'ਤੇ ਪਹੁੰਚੇ ਤਾਂ ਉੱਥੇ ਆਪ ਦਾ ਗੋਰਖਪੰਥੀ ਜੋਗੀਆਂ ਨਾਲ ਮੇਲ ਹੋਇਆ। ਉਹਨਾਂ ਨੇ ਗੁਰੂ ਜੀ ਨੂੰ ਆਪਣੇ ਪੰਥ ਵਿੱਚ ਸ਼ਾਮਲ ਹੋਣ ਨੂੰ ਪ੍ਰੇਰਿਆ ਅਤੇ ਆਪਣੇ ਜੋਗ ਦੇ ਚਿੰਨ੍ਹ, ਮੁੰਦਰਾਂ, ਝੋਲੀ, ਖਿੰਥਾ, ਇਹ ਚਿੰਨ੍ਹ ਦਾ ਅਤੇ ਵਿਭੂਤੀ ਆਦਿ ਧਾਰਨ ਕਰਨ ਲਈ ਆਖਿਆ। ਤਾਂ ਸਤਿਗੁਰੂ ਜੀ ਨੇ ਕਿਹਾ ਕਿ ਪਿਆਰਿਓ, ਇਹ ਚਿੰਨ੍ਹ ਤਾਂ ਅਸੀਂ ਕਈ ਚਿਰਾਂ ਤੋਂ ਧਾਰਨ ਕੀਤੇ ਹੋਏ ਹਨ। ਜੋਗੀਆਂ ਨੇ ਕਿਹਾ ਕਿ ਅਸੀਂ ਤਾਂ ਆਪ ਜੀ ਦੇ ਸਰੀਰ 'ਤੇ ਆਪਣੇ ਪੰਥ ਵਰਗਾ ਕੋਈ ਚਿੰਨ੍ਹ ਨਹੀਂ ਵੇਖ ਰਹੇ। ਤਦ ਸਤਿਗੁਰੂ ਜੀ ਨੇ ਸਿੱਧਾਂ ਨੂੰ ਆਪਣੇ ਚਿੰਨ੍ਹਾਂ ਬਾਰੇ ਅਗਲੀ ਪੌੜੀ ਵਿੱਚ ਇਸ ਪ੍ਰਕਾਰ ਦੱਸਿਆ। ਮੁੰਦਾ ਸੰਤੋਖ ਧਰਮ ਪਦ ਚੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, जुगत डंडा प्रतीत, आई पंथी सगल जमाती, मन जीतै जग जीत, आदेश तिसै आदेश, आद अनील अनाद अनाहित, जुग जुग एको वेस। ਤਾਂ ਸਤਿਗੁਰੂ ਭਗਵਾਨ ਦਾਸ ਜੀ ਨੇ ਦੱਸਿਆ ਕਿ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਉਹਨਾਂ ਦੀ ਸ਼ਬਦਾਵਲੀ ਵਿੱਚ ਇੰਜ ਨਵੇਂ ਰੂਪ ਵਿੱਚ ਸਮਝਾਇਆ ਕਿ ਅਸਾਂ ਸਬਰ ਅਤੇ ਸੰਤੋਖ ਦੀਆਂ ਮੁੰਦਰਾਂ ਜਨਮ ਤੋਂ ਹੀ ਪਾਈਆਂ ਹੋਈਆਂ ਹਨ। ਉਦਮ ਅਤੇ ਮਿਹਨਤ ਦੀ ਚਿੱਪੀ ਅਤੇ ਝੋਲੀ ਸਾਡੇ ਪਾਸ ਹੈ। ਉਸ ਪ੍ਰਭੂ ਦੇ ਧਿਆਨ ਦੀ ਵਿਭੂਤੀ ਸਵਾਹਾ ਸਰੀਰ 'ਤੇ ਮੱਲੀ ਹੋਈ ਹੈ। ਮੌਤ ਨੂੰ ਹਰ ਵੇਲੇ ਚੇਤੇ ਰੱਖਣਾ ਅਤੇ ਤਨ ਨੂੰ ਕੁਆਰੀ ਕੰਨਿਆ ਵਾਂਗ ਪਵਿੱਤਰ ਰੱਖਣਾ, ਇਹ ਸਾਡਾ ਚੋਲਾ ਖਿੰਥਾ ਹੈ। ਜੁਗਤ ਤੇ ਭਰੋਸਾ ਸਾਡਾ ਡੰਡਾ ਹੈ। ਸਿੱਧਾਂ ਦੇ 12 ਪੰਥ ਹਨ। ਉਹਨਾਂ ਵਿੱਚੋਂ ਆਈ ਪੰਥ ਦੇ ਮੁਖੀ ਬਾਕੀ ਸਾਰੇ ਪੰਥਾਂ ਦਾ ਪ੍ਰਤੀਨਿਧੀ ਵੀ ਆਪਣੇ ਆਪ ਨੂੰ ਹੀ ਸਮਝਦੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਦੱਸਦੇ ਹਨ ਕਿ ਸਾਡਾ ਪੰਥ ਤਾਂ ਸਾਰੇ ਮਨੁੱਖਾਂ ਦਾ ਪੰਥ ਹੈ। ਇਸ ਵਾਸਤੇ ਅਸੀਂ ਸਭ ਨੂੰ ਸਮਾਨ ਸਮਝਦੇ ਹਾਂ ਅਤੇ ਨਿੱਕੇ ਵੱਡੇ ਦਾ ਵਿਚਾਰ ਨਹੀਂ ਕਰਦੇ। ਆਪਣੇ ਮਨ ਨੂੰ ਜਿੱਤਣਾ ਹੀ ਸੰਸਾਰ ਨੂੰ ਜਿੱਤਣਾ ਹੈ। ਮੇਰੀ ਨਮਸਕਾਰ ਹੈ ਉਸ ਪ੍ਰਭੂ ਨੂੰ, ਨਮਸਕਾਰ ਹੈ ਜੋ ਸਭ ਦਾ ਮੁੱਢ ਹੈ, ਗਿਣਤੀ ਰਹਿਤ ਹੈ, ਆਦ ਰਹਿਤ ਹੈ, ਨਾਮ ਰਹਿਤ, ਨਾਸ ਰਹਿਤ ਹੈ। ਉਸ ਦਾ ਸਰੂਪ ਜੁਗਾਂ ਜੁਗਾਂਤਰਾਂ ਤੋਂ ਇੱਕੋ ਹੀ ਹੈ। ਅਗਲੇ ਦਿਨ ਭਾਈ ਜੀਤਾ ਰਾਮ ਬਤਰਾ ਆਏ ਤਾਂ ਉਹਨਾਂ ਇਹ ਪੌੜੀ ਪੜ੍ਹੀ। ਭੁਗਤ ਗਿਆਨ ਦਇਆ ਭੰਡਾਰਨ, ਕਟ ਕਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੋਇ ਕਾਰ ਚਲਾਵੈ,
लेखे आवे पाग। आदेश तिसै आदेश, आद अनील अनाद अनाहित, जुग जुग एको वेस। इस पौड़ी राਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੋਗੀਆਂ ਨੂੰ ਦੱਸਦੇ ਹਨ ਕਿ ਸਾਡਾ ਭੋਜਨ ਆਤਮਿਕ ਗਿਆਨ ਹੈ ਅਤੇ ਉਸ ਨੂੰ ਵਰਤਾਉਣ ਵਾਲੀ ਦਇਆ ਹੈ। ਜੋ ਸਭ ਘਟਾਂ ਵਿੱਚ ਸ਼ਬਦ ਵੱਜ ਰਿਹਾ ਹੈ, ਇਹੀ ਸਾਡਾ ਨਾਦ ਹੈ। ਸਾਡੇ ਮਤ ਵਿੱਚ ਇੱਕ ਕਰਤਾਰ ਹੀ ਨਾਥ ਹੈ, ਜਿਸ ਦੇ ਹੁਕਮ ਦੀ ਨਕੇਲ ਵਿੱਚ ਸਾਰੀ ਦੁਨੀਆ ਨੱਥੀ ਬੱਧੀ ਹੋਈ ਹੈ। ਯੋਗ ਸਾਧਨਾ ਰਾਹੀਂ ਜੋ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ, ਉਹ ਵਿਅਰਥ ਹਨ, ਕਿਉਂਕਿ ਇਹ ਦੂਜੇ ਪਾਸੇ ਲੈ ਜਾਣ ਵਾਲੇ ਸਵਾਦ ਹਨ। ਉਸ ਕਰਤਾਰ ਦੀ ਸੰਜੋਗ ਤੇ ਵਿਜੋਗ ਸੱਤਾ ਮਿਲ ਕੇ ਸੰਸਾਰ ਦੀ ਕਾਰ ਚਲਾ ਰਹੀਆਂ ਹਨ ਅਤੇ ਲੇਖਾਂ ਅਨੁਸਾਰ ਦੁੱਖ ਸੁੱਖ ਦੇ ਛਾਂਦੇ ਮਿਲ ਰਹੇ ਹਨ। ਸੋ ਕੂੜ ਦੀ ਕੰਧ ਦੂਰ ਕਰਨ ਲਈ ਉਸ ਅਕਾਲ ਪੁਰਖ ਨੂੰ ਨਮਸਕਾਰ ਹੈ, ਜੋ ਸਭ ਦਾ ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ, ਜੋ ਨਾਸ ਰਹਿਤ ਹੈ ਅਤੇ ਇੱਕੋ ਜਿਹਾ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਪੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਪਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨ ਆਵੈ, ਬਹੁਤਾ ਏਓ ਵਿਡਾਣ। आदेश तिसै आदेश, आद अनील अनाद अनाहित, जुग जुग एको वेस। शास्त्रां अनुसार ਕਿਸੇ ਜੁਗਤੀ ਨਾਲ ਮਾਇਆ ਇੱਕੋ ਇੱਕ ਬ੍ਰਹਮ ਤੋਂ ਪ੍ਰਸੂਤ ਹੋਈ। ਇਸ ਸੰਜੋਗ ਤੋਂ ਤਿੰਨ ਪ੍ਰਮਾਣਿਕ ਦੇਵਤੇ ਉਤਪੰਨ ਹੋਏ। ਇੱਕ ਸੰਸਾਰ ਨੂੰ ਦੇਖਣ ਵਾਲਾ ਬ੍ਰਹਮਾ, ਦੂਜੇ ਭੰਡਾਰੇ ਭਰਨ ਵਾਲਾ ਵਿਸ਼ਨੂੰ ਜੀ ਅਤੇ ਤੀਜਾ ਇੱਕ ਦਰਬਾਰ ਲਗਾਉਣ ਵਾਲਾ, ਕਾਲ ਦਾ ਹੁਕਮ ਦੇਣ ਵਾਲਾ ਮਹੇਸ਼। ਗੁਰਮਤਿ ਸਿਧਾਂਤ ਅਨੁਸਾਰ ਉਸ ਨਿਰੰਕਾਰ ਨੂੰ ਜੋ ਪਾਉਂਦਾ ਹੈ, ਤਿਵੇਂ ਤਿਵੇਂ ਹੀ ਉਹ ਸੰਸਾਰ ਚਲਾਉਂਦਾ ਹੈ ਅਤੇ ਇਹ ਤਿੰਨੇ ਦੇਵਤੇ ਜਿਵੇਂ ਉਹ ਹੁਕਮ ਕਰਦਾ ਹੈ ਤਿਵੇਂ ਹੀ ਕਰਦੇ ਹਨ। ਉਹ ਇਹਨਾਂ ਦੇਵਤਿਆਂ ਨੂੰ ਦੇਖਦਾ ਹੈ, ਪਰ ਉਹ ਆਪ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਇਹਨਾਂ ਦੀ ਬਹੁਤੀ ਹੈਰਾਨੀ ਇਹੀ ਹੈ। ਮੇਰੀ ਨਮਸਕਾਰ ਹੈ, ਉਸ ਨੂੰ ਨਮਸਕਾਰ ਹੈ ਜੋ ਸਭ ਦਾ ਮੁੱਢ ਹੈ, ਆਦ ਰਹਿਤ ਹੈ, ਨਾਸ ਰਹਿਤ ਹੈ। ਉਸ ਦਾ ਸਰੂਪ ਜੁਗਾ ਜੁਗਾਂਤਰਾਂ ਤੋਂ ਇੱਕੋ ਹੀ ਹੈ। ਆਸਣ ਲੋਏ ਲੋਏ ਪੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। आदेश तिसै आदेश, आद अनील अनाद अनाहित, जुग जुग एको वेस। श्री सतगुरु भगवान दास जी ने ਹਾਜ਼ਰ ਸੰਗਤਾਂ ਨੂੰ ਦੱਸਿਆ ਕਿ ਸਿੱਧਾਂ ਦੇ ਸਵਾਲ ਤੇ ਜਵਾਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਵੇਂ ਫਰਮਾਇਆ, ਉਸ ਨਿਰੰਕਾਰ ਦੇ ਆਸਣ ਅਤੇ ਭੰਡਾਰ ਹਰ ਲੋਕ ਵਿੱਚ ਹਨ। ਜੋ ਕੁਝ ਉਸਨੇ ਇਹਨਾਂ ਭੰਡਾਰਾਂ ਵਿੱਚ ਪਾਉਣਾ ਸੀ, ਇੱਕੋ ਵਾਰ ਪਾ ਦਿੱਤਾ ਹੈ। ਸ੍ਰਿਸ਼ਟੀ ਸਾਜ ਕੇ ਉਹ ਸਿਰਜਣਹਾਰ ਇਸ ਦੀ ਦੇਖਭਾਲ ਕਰ ਰਿਹਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਉਸ ਸੱਚੇ ਦੀ ਸਾਰੀ ਕਰਨੀ ਸੱਚੀ ਹੈ। ਮੇਰੀ ਨਮਸਕਾਰ ਹੈ, ਉਸ ਨੂੰ ਨਮਸਕਾਰ ਹੈ ਜੋ ਸਭ ਦਾ ਮੁੱਢ ਹੈ, ਪਰ ਆਪ ਮੁੱਢ ਰਹਿਤ ਹੈ, ਨਾਸ ਰਹਿਤ ਹੈ। ਉਸ ਦਾ ਸਰੂਪ ਜੁਗਾਂ ਜੁਗਾਂਤਰਾਂ ਤੋਂ ਇੱਕੋ ਹੀ ਹੈ। ਇੱਕ ਦੂਜੀ ਭੋ ਲਖ ਹੋਏ, लख होवे लख बीस, लख लख गेड़ा आखिए एक नाम जगदीश। एत रहा पत पवड़िया चढ़िए होए 21। सुन गला आकाश की कीटा आई रीस। नानक नदरी पाइए कूड़ी कूड़े ठीस। ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਫਰਮਾਉਂਦੇ ਹਨ ਕਿ ਇਸ ਪੌੜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਜੇ ਇੱਕ ਜ਼ਬਾਨ ਤੋਂ ਲੱਖ ਜ਼ਬਾਨਾਂ ਹੋ ਜਾਣ ਅਤੇ ਲੱਖ ਜ਼ਬਾਨਾਂ ਹੋਰ 20 ਗੁਣਾ ਹੋ ਜਾਣ, ਉਹਨਾਂ ਸਾਰੀਆਂ ਜ਼ਬਾਨਾਂ ਜੀਭਾਂ ਨਾਲ ਲੱਖ ਲੱਖ ਵਾਰੀ प्रभु दा नाम जपीए, ये रहा उस परमेश्वर दे महल दियां पौड़ियां तक जांदा है। उन्हां पौड़ियां उत्ते चढ़ के मालक परमेश्वर दे नाल एक मिक होण वाले भगतां दियां उच्चतम आकासी करनियां सुन के कर्माहीन किरमा नीवें तो नीवें पुरखां नूं भी रीस आउंदियां हन, पर कूड़ियां दियां निरियां कूड़ियां ही गल्लां होंदियां हन। उस किरपा दृष्टि करन वाले दी मेहर दी एक नज़र पै जाए, नहीं तां कूड़े मनुखां दी कूड़ी ही वडियाई है, तां उस प्रभु दी प्राप्ति हो जाती है, तां उस प्रभु की प्राप्ति हो जाती है। अगले दिन भाई जीता राम बत्रा ने श्री सतगुरु भगवान दास जी के चरणों विच आके प्रणाम करके अगली पौड़ी पढ़ी। तां सतगुरु भगवान दास जी ने दसिया, आखण जोर छुपै नह जोर, जोर न मंगण देर न जोर, जोर न जीवन मरण न जोर, जोर न राज माल मनसोर, जोर न सुरती ज्ञान विचार, जोर न जुक्ति छुटै संसार। जिस हथ जोर कर वेखै सोए, नानक उत्तम नीच न कोय। तां श्री सतगुरु भगवान दास जी ने दसिया कि श्री गुरु नानक देव जी इस जीव की अवस्था प्रगटाउंदे होए फरमाउंदे हन कि मालक दा नाम उच्ची उच्ची बोल के जपना अते उस दे ध्यान विच लिव ला के चुप रहना भी जीव दे अपने बस विच नहीं है। परमात्मा तो बख्शिशा मंगना ਅਤੇ ਉਸ ਤੋਂ ਪ੍ਰਾਪਤ ਹੋਈਆਂ ਵਸਤੂਆਂ ਨੂੰ ਦੂਜਿਆਂ ਨੂੰ ਦੇਣ ਵਿੱਚ ਵੀ ਮਨੁੱਖ ਦਾ ਆਪਣਾ ਕੋਈ ਵਸ ਨਹੀਂ। ਜੀਵਨ ਦੇਣ ਅਤੇ ਜੀਵਨ ਲੈਣ ਵਿੱਚ ਵੀ ਮਨੁੱਖ ਦਾ ਕੋਈ ਅਖਤਿਆਰ ਨਹੀਂ ਹੈ, ਨਾ ਹੀ ਉਸ ਦਾ ਜੀਵ ਦਾ ਰਾਜ ਪ੍ਰਾਪਤੀ, ਧਨ ਪ੍ਰਾਪਤੀ ਅਤੇ ਮਨ ਵਿੱਚ ਉੱਠ ਰਹੇ विचारकां शोर ते कोई अधिकार, ना ही उसदा जीव दा राज प्राप्ति, धन प्राप्ति अते मन विच उठ रहे विचारकां शोर ते कोई अधिकार है। सूझ बूझ ज्ञान
ਅਤੇ ਵਿਚਾਰ 'ਤੇ ਵੀ ਉਸ ਦਾ ਕੋਈ ਅਧਿਕਾਰ ਨਹੀਂ। ਨਾ ਹੀ ਕੋਈ ਜੁਗਤ ਬਣਾ ਕੇ ਸੰਸਾਰ ਤੋਂ ਛੁਟਕਾਰਾ ਪਾਉਣ ਦਾ ਜੀਵ ਪਾਸ ਕੋਈ ਜ਼ੋਰ ਹੈ। ਜਿਸ ਪ੍ਰਭੂ ਪਰਮਾਤਮਾ ਪਾਸ ਇਹ ਸਾਰੀਆਂ ਸ਼ਕਤੀਆਂ ਹਨ, ਉਹ ਹੀ ਇਸ ਸੰਸਾਰ ਨੂੰ ਰਚਦਾ ਅਤੇ ਸੰਭਾਲਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਕਿ ਆਪਣੇ ਆਪ ਵਿੱਚ ਨਾ ਕੋਈ ਜੀਵ ਉੱਤਮ ਹੈ, ਨਾ ਕੋਈ ਨੀਚ ਹੈ। ਜੇ ਸਿਮਰਨ ਦੀ ਸ਼ਕਤੀ ਨਾਲ ਇਹ ਨਿਸ਼ਚਾ ਬਣ ਜਾਏ ਤਾਂ ਹੀ ਪਰਮਾਤਮਾ ਨਾਲੋਂ ਜੀਵ ਦੀ ਵਿਥ ਦੂਰ ਹੁੰਦੀ ਹੈ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ, तिस वे जी जुगत के रंग, तिनके नाम अनेक अनंत, कर्मी कर्मी होए विचार, सच्चा आप सच्चा दरबार, तिथै सोहिन पंच परवान, नदरी करम पवै निशान, कच पकाई ओथै पाए, नानक गया जापै जाए, नानक गया जापै जाए। ਆਕਾਸ਼ ਅਤੇ ਪਾਤਾਲ ਦੇ ਵਿਚਕਾਰ ਪੌਣ ਪਾਣੀ ਅਤੇ ਅਗਨੀ ਦਾ ਪ੍ਰਬੰਧ ਕਰਕੇ ਦਿਨ ਰਾਤ ਵਾਰ ਥਿੱਤਾਂ ਅਤੇ ਮੌਸਮਾਂ ਦਾ ਗੇੜ ਬਣ ਕੇ ਕਰਤਾ ਪੁਰਖ ਨੇ ਧਰਤੀ ਧਰਮ ਕਮਾਉਣ ਦੀ ਥਾਂ ਬਣਾਈ ਹੈ। ਇਸ ਧਰਤੀ ਉੱਪਰ ਰੰਗਾਂ ਰੰਗਾਂ ਦੇ ਜੀਵ ਹਨ ਅਤੇ ਉਹਨਾਂ ਲਈ ਉਸੇ ਕਰਤਾ ਪੁਰਖ ਨੇ ਜੀਵਨ ਜੁਗਤਾਂ ਬਣਾਈਆਂ ਹਨ। ਜੀਵਾਂ ਦੇ ਅਨੇਕ ਨਾਮ ਹਨ ਅਤੇ ਉਹਨਾਂ ਜੀਵਾਂ ਦੀ ਗਿਣਤੀ ਅਣਗਿਣਤ ਹੈ। ਜੀਵਾਂ ਦੇ ਕਰਮਾਂ ਅਨੁਸਾਰ ਹੀ ਕਰਤਾ ਪੁਰਖ ਦੇ ਦਰਬਾਰ ਵਿੱਚ ਨਿਬੇੜਾ ਹੁੰਦਾ ਹੈ। ਰੱਬ ਆਪ ਸੱਚਾ ਹੈ ਅਤੇ ਉਸ ਦਾ ਦਰਬਾਰ ਵੀ ਸੱਚਾ ਹੈ। ਉਸ ਦੇ ਦਰਬਾਰ ਵਿੱਚ ਪ੍ਰਵਾਨਗੀ ਪ੍ਰਾਪਤ ਕਰਕੇ ਭਗਤ ਜਨ ਸ਼ੋਭਾਇਮਾਨ ਹੁੰਦੇ ਹਨ। ਮਿਹਰ ਦ੍ਰਿਸ਼ਟੀ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਦੁਆਰਾ ਹੀ ਬਖਸ਼ ਦਿੱਤੇ ਗਏ ਦੀ ਵਡਿਆਈ ਮੂੰਹ 'ਤੇ ਚਮਕਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੇ ਦਰਬਾਰ ਵਿੱਚ ਪੁੱਜ ਕੇ ਹੀ ਜੀਵ ਨੂੰ ਆਪਣੀ ਕਚਿਆਈ ਜਾਂ ਪਕਿਆਈ, ਮੰਦੇ ਚੰਗੇ ਦਾ ਥੋ ਭੇਦ ਪਤਾ ਲੱਗਦਾ ਹੈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, केते पौण पाणी वै संतर, केते पवन पाणी वै संतर, केते कान महेश, केते बरमे काढ़त कड़िय, रूप रंग के वेश, केतिया करम भूमि मेर केते, केते तू उपदेश, केते इंद्र चंद सूर केते, केते मंडल देश, केते सिद्ध बुध नाथ केते, केते देवी वेश, केते देव दानव मुन केते, केते रतन समुंद, केतिया खाणी, केतिया बाणी, केते पात नरिंद, केतिया सुरती सेवक केते, नानक अंत न अंत। श्री सतगुरु भगवान दास जी ने दसिया कि इस पौड़ी विच श्री गुरु नानक देव जी कथन करते हैं कि धर्म खंड की ये मर्यादा है कि अपने फर्ज नूं पूरा करते रहना। ज्ञान खंड के प्रसंग विच कर्म की अत्यंत महत्ता है, क्योंकि कर्मां राही ही ज्ञान की प्राप्ति होती है। कितने ही प्रकार दियां हवावां, पानी
ਅਤੇ ਅਗਨੀਆਂ ਹਨ ਅਤੇ ਕਿਤਨੇ ਹੀ ਕ੍ਰਿਸ਼ਨ ਅਤੇ ਸ਼ਿਵ ਜੀ ਹਨ। ਕਿਤਨੇ ਹੀ ਕਾੜਤ ਕਰਨ ਵਾਲੇ ਬ੍ਰਹਮਾ ਹਨ ਅਤੇ ਅਨੇਕਾਂ ਰੂਪਾਂ ਅਤੇ ਰੰਗਾਂ ਵਾਲੀਆਂ ਰਚਨਾਵਾਂ ਉਹਨਾਂ ਰਾਹੀਂ ਘੜੀਆਂ ਜਾ ਰਹੀਆਂ ਹਨ। ਕਿਤਨੀਆਂ ਕਰਮ ਕਰਨ ਦੀਆਂ ਧਰਤੀਆਂ ਅਤੇ ਪਹਾੜ ਹਨ ਅਤੇ ਕਿਤਨੇ ਹੀ ਪ੍ਰਭੂ ਭਗਤ ਅਤੇ ਉਹਨਾਂ ਦੇ ਉਪਦੇਸ਼ ਹਨ। ਕਿਤਨੇ ਹੀ ਦੇਵਤਿਆਂ ਦੇ ਰਾਜੇ ਇੰਦਰ ਹਨ। ਕਿਤਨੇ ਹੀ ਚੰਦਰਮਾ ਸੂਰਜ ਹਨ ਅਤੇ ਕਿਤਨੇ ਹੀ ਆਕਾਸ਼ ਮੰਡਲ ਅਤੇ ਦੇਸ਼ ਹਨ। ਬੇਅੰਤ ਸਿੱਧ ਹਨ, ਬੇਅੰਤ ਬੁੱਧ ਤੇ ਨਾਥ ਹਨ। ਬੇਅੰਤ ਪ੍ਰਕਾਰ ਦੇ ਦੇਵੀਆਂ ਦੇ ਸਰੂਪ ਹਨ। ਬੇਅੰਤ ਦੇਵਤੇ ਰਾਖਸ਼ ਅਤੇ ਮੁਨੀ ਹਨ। ਕਿਤਨੇ ਹੀ ਰਤਨ ਹਨ ਅਤੇ ਕਿਤਨੇ ਹੀ ਸਮੁੰਦਰ ਹਨ। ਕਿਤਨੀਆਂ ਹੀ ਖਾੜੀਆਂ ਹਨ ਅਤੇ ਕਿਤਨੀਆਂ ਹੀ ਬਾਣੀਆਂ ਹਨ। ਕਿਤਨੇ ਹੀ ਪਾਤਸ਼ਾਹ ਤੇ ਬਾਦਸ਼ਾਹ ਹਨ। ਬੇਅੰਤ ਹੀ ਧਿਆਨੀ ਹਨ ਤੇ ਬੇਅੰਤ ਹੀ ਸੇਵਕ ਹਨ। ਅਤੇ ਗੁਰੂ ਦੇਵ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਇਹਨਾਂ ਸਭਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿਥੈ ਨਾਦ ਵਿਨੋਦ ਕੋਡ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿਥੈ ਕਾੜਤ ਕੜੀਐ ਬਹੁਤ ਅਨੂਪ। ਤਾकि अगला कथिया न जाहे, जे को कहे पिछै पछताहे। तिथै कड़िया सुरत मत मन बुद्ध, तिथै कड़िया सुरा सिद्धा की सुध। इस पौड़ी विच दसिया गया है कि ज्ञान खंड विच ज्ञान दा बहुत भारी चानण है। नाल ही उत्थे करोड़ां राग तमाशे ਅਤੇ ਆਨੰਦ ਹਨ। ਸਰਮ ਉਦਮ ਖੰਡ ਦੀ ਬਨਾਵਟ ਦਾ ਵਸੀਲਾ ਰੂਪ ਹੈ। ਭਾਵ ਇਹ ਹੈ ਕਿ ਸਰਮ ਖੰਡ ਖੁਸ਼ੀ ਤੇ ਮੁਕਾਮ ਦੀ ਬਣਤਰ ਸੁੰਦਰਤਾ ਹੀ ਹੈ। ਉੱਥੇ ਹੀ ਅਤ ਸੁੰਦਰ ਘਾੜਤਾਂ ਘੜੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਹਾਲ ਕਥਨ ਨਹੀਂ ਹੋ ਸਕਦਾ। ਜੇਕਰ ਕੋਈ ਕਹਿੰਦਾ ਹੈ ਤਾਂ ਉਹ ਮਗਰੋਂ ਪਛਤਾਉਂਦਾ ਹੈ, ਕਿਉਂਕਿ ਉਹ ਬਿਆਨ ਕਰਨ ਤੋਂ ਅਸਮਰਥ ਹੈ। ਉੱਥੇ ਮਨੁੱਖ ਦੀ ਸੁਰਤ, ਮਤ, ਮਨ ਅਤੇ ਬੁੱਧੀ ਘੜੀ ਜਾਂਦੀ ਹੈ। ਉੱਥੇ ਦੇਵਤਿਆਂ ਤੇ ਸਿੱਧਾਂ ਵਰਗੀ ਸਮਝ ਵੀ ਆ ਜਾਂਦੀ ਹੈ। ਉਸ ਦਿਨ ਦੀ ਕਥਾ ਤੋਂ ਉਪਰੰਤ ਲਾਲਾ ਜੀਤਾ ਰਾਮ ਜੀ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੇ ਚਰਨਾਂ 'ਤੇ ਮੱਥਾ ਟੇਕ ਕਰ ਘਰ ਗਏ। ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ 10ਵੇਂ ਦਿਨ ਆਖਰੀ ਦੋ ਪੌੜੀਆਂ ਅਤੇ ਅੰਤਿਮ ਸ਼ਲੋਕ ਦੀ ਕਥਾ ਕੀਤੀ। करम खंड की बाणी जोर, तिथै होर न कोई होर। तिथै जोध महाबल सूर, तिनमै राम रया भरपूर। तिथै सीतो सीता महिमा माहे, ताके रूप न कथने जाहे। ना ओ मरह न ठागे जाए, जिनकै राम वसै मन माहे। तिथै भगत वसै कै लो, करे अनंत सचा मन सोए। सच खंड वसै निरंकार, कर कर वेखै नदर निहाल। तिथै खंड मंडल वर पंड, जे को कथै ता अंत न अंत। तिथै लो आकार, जीव जीव हुकम तिवै तिवकार। वेखै विगसै कर विचार,
नानक कथना करना सार। करम खंड अर्थात बख्शिश दे खंड दी बरतन ਅਤੇ ਪ੍ਰਗਟ ਹੋਣ ਦਾ ਵਸੀਲਾ ਬਖਸ਼ਿਸ਼ ਕਰਨ ਵਾਲੇ ਦੀ ਬਾਣੀ ਦੀ ਸ਼ਕਤੀ ਹੈ। ਉੱਥੇ ਇਸ ਬਲ ਬਖਸ਼ਿਸ਼ ਤੋਂ ਬਗੈਰ ਕਿਸੇ ਵਿਚਾਰ ਦਾ ਜੋਰ ਨਹੀਂ, ਰਿਸਾਈ ਨਹੀਂ। ਉੱਥੇ ਯੋਧੇ, ਸੂਰਮੇ ਅਤੇ ਮਹਾਬਲੀ ਐਸੇ ਹਨ ਜਿਨ੍ਹਾਂ ਅੰਦਰ ਮਨ ਵਿੱਚ ਅਕਾਲ ਪੁਰਖ ਪੂਰਨ ਤੌਰ 'ਤੇ ਵਸਿਆ ਹੋਇਆ ਹੈ। ਉੱਥੇ ਸਰਬ ਵਿਆਪਕ ਰਾਮ ਵਿੱਚ ਮਗਨਾਨੰਦ ਹੋਏ ਅਨੇਕਾਂ ਬਖਸ਼ਿਸ਼ ਵਾਲੇ ਭਗਤ ਜਨ ਹਨ ਜਿਨ੍ਹਾਂ ਦੇ ਰੂਪ ਵਰਣਨ ਨਹੀਂ ਹੋ ਸਕਦੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਰਾਮ ਵਸ ਰਿਹਾ ਹੁੰਦਾ ਹੈ। ਨਾ ਉਹ ਆਤਮਕ ਮੌਤ ਮਰਦੇ ਹਨ, ਨਾ ਹੀ ਉਹ ਮਾਇਆ ਰਾਹੀਂ ਠੱਗੇ ਜਾਂਦੇ ਹਨ। ਉੱਥੇ ਕਈ ਲੋਕਾਂ ਦੇ ਭਗਤ ਵਸਦੇ ਹਨ ਕਿਉਂਕਿ ਉਹਨਾਂ ਦੇ ਮਨਾਂ ਵਿੱਚ ਉਹ ਸੱਚ ਸਰੂਪ ਹਰ ਵਸਦਾ ਹੈ। ਉਹਨਾਂ ਮਨਾਂ ਵਿੱਚ ਖੁਸ਼ੀ ਹੀ ਖੁਸ਼ੀ ਹੈ। ਅੱਗੇ ਗੁਰੂ ਜੀ ਸੱਚਖੰਡ ਦਾ ਵਰਣਨ ਕਰਦੇ ਹਨ ਕਿ ਸੱਚਖੰਡ ਵਿੱਚ ਨਿਰੰਕਾਰ ਆਪ ਵਸਦੇ ਹਨ ਅਤੇ ਰਚਨਾ ਰਚ ਕੇ ਉਸ 'ਤੇ ਕਿਰਪਾ ਕਰਕੇ ਉਸ ਦੀ ਸਾਂਭ ਸੰਭਾਲ ਕਰਦੇ ਹਨ। ਉੱਥੇ ਖੰਡ, ਮੰਡਲ ਅਤੇ ਬ੍ਰਹਿਮੰਡ ਹਨ। ਜੇ ਕੋਈ ਉਹਨਾਂ ਦਾ ਵਰਣਨ ਕਰਦਾ ਹੈ ਤਾਂ ਉਹਨਾਂ ਦਾ ਅੰਤ ਨਹੀਂ ਪਾ ਸਕਦਾ। ਉੱਥੇ ਲੋਕਾਂ ਉੱਪਰ ਲੋਕ ਹਨ ਅਤੇ ਆਕਾਰਾਂ ਉੱਤੇ ਆਕਾਰ। ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ ਉਸੇ ਤਰ੍ਹਾਂ ਦੀ ਉੱਥੇ ਕਾਰ ਹੁੰਦੀ ਹੈ। ਉਹ ਸਾਰਿਆਂ ਨੂੰ ਵੇਖਦਾ ਹੈ ਅਤੇ ਉਹਨਾਂ ਦੀ ਵਿਚਾਰ ਕਰਕੇ ਖੁਸ਼ ਹੁੰਦਾ ਹੈ। ਸ੍ਰੀ ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਇਸ ਦਾ ਹੋਰ ਵਰਣਨ ਕਰਨਾ ਬਹੁਤ ਕਠਿਨ ਹੈ। ਜਤ ਪਹਾਰਾਂ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਪਉ ਖਲਾ ਅਗਨ ਤਪਤਾਓ, ਪਾਂਡਾ ਪਾਓ ਅੰਮ੍ਰਿਤ ਤਿਤ ਢਾਲ। कड़िया सबद सची टकसाल, जिनको नदर करम तिनकार। नानक नदरी नदर निहाल। इस अंतिम पौड़ी विच गुरु जी शब्द दी टकसाल दा जिक्र करते हैं। जत दी पट्ठी विच धीरज रूपी सुनियार, बुद्धि रूपी अहरण उपर ਗਿਆਨ ਰੂਪੀ ਹਥੋੜੇ ਵਜੇ ਅਤੇ ਪੈ ਦੀ ਧੋਕੜੀ ਤਪ ਸਥਾਨ ਦੀ ਅਗਨੀ ਪ੍ਰੇਮ ਰੂਪ ਪਾਂਡੇ ਕੁਠਾਲੀ ਵਿੱਚ ਨਾਮ ਰੂਪੀ ਸੋਨਾ ਪਾ ਕੇ ਢਾਲਿਆ ਜਾਂਦਾ ਹੈ। ਅਰਥਾਤ ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਇਹ ਹੈ ਸੱਚੀ ਟਕਸਾਲ ਜਿਸ ਵਿੱਚ ਸ਼ਬਦ ਘੜੀਂਦਾ ਹੈ, ਜਿਨ੍ਹਾਂ ਉੱਤੇ ਨਿਰੰਕਾਰ ਦੀ ਮਿਹਰ ਦੀ ਨਜ਼ਰ ਪੈਂਦੀ ਹੈ, ਜਿਨ੍ਹਾਂ ਉੱਤੇ ਨਿਰੰਕਾਰ ਦੀ ਮਿਹਰ ਦੀ ਨਜ਼ਰ ਪੈਂਦੀ ਹੈ, ਬਖਸ਼ਿਸ਼ ਹੁੰਦੀ ਹੈ। ਇਹ ਕੰਮ ਉਹਨਾਂ ਦੇ ਹੀ ਕਰਨ ਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਮਿਹਰ ਦੀ ਨਜ਼ਰ ਕਰਨ ਵਾਲਾ ਅਕਾਲ ਪੁਰਖ ਉਹਨਾਂ ਨੂੰ ਮਿਹਰ ਦੀ ਦ੍ਰਿਸ਼ਟੀ ਨਾਲ ਨਿਹਾਲ ਕਰ ਦਿੰਦਾ ਹੈ। ਜਪਜੀ ਸਾਹਿਬ ਦੀਆਂ 38 ਪੌੜੀਆਂ ਦੇ ਭਾਵਾਂ ਅਤੇ ਅਰਥਾਂ ਨੂੰ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਕਥਾ ਦੇ ਰੂਪ ਵਿੱਚ
ਭਾਈ ਜੀਤਾ ਰਾਮ ਬਤਰਾ ਅਤੇ ਹੋਰ ਹਾਜ਼ਰ ਹੋਣ ਵਾਲੀਆਂ ਸੰਗਤਾਂ ਨੂੰ ਸਮਝਾਏ। ਫਿਰ ਸਾਹਿਬਾਂ ਨੇ ਭਾਈ ਜੀਤਾ ਰਾਮ ਦੇ ਅਗਲੇ ਸ਼ਲੋਕ ਪੜ੍ਹਨ ਤੇ ਉਸ ਦੇ ਅਰਥ ਸਮਝਾਉਣ ਲਈ ਉਸ ਦੀ ਕਥਾ ਵੀ ਕੀਤੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ बुराइया वाचै धर्म हदूर करमी आपो आपनी के नेड़े के दूर जिनी नाम त्याया गए मस्कत काल नानक ते मुख उजले केती छुटी नाल जिने नाम त्याया गए मस्कत काल नानक ते मुख उजले केती छुटी नाल। गुरु हवा है, पानी पिता अते धरती माता है। गुरु हवा है, पानी पिता ਅਤੇ ਧਰਤੀ ਮਾਤਾ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵੇ ਹਨ ਜਿਨ੍ਹਾਂ ਦੀ ਝੋਲੀ ਵਿੱਚ ਸਾਰਾ ਜਗਤ ਖੇਡ ਰਿਹਾ ਹੈ। ਜੀਵ ਦੀਆਂ ਚੰਗਿਆਈਆਂ ਅਤੇ ਬੁਰਾਈਆਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਵਾਚਦਾ ਹੈ। ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਕੋਈ ਪਰਮੇਸ਼ਰ ਦੇ ਨੇੜੇ ਹੈ ਅਤੇ ਕੋਈ ਦੂਰ ਹੁੰਦਾ ਹੈ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਹੈ ਉਹਨਾਂ ਦੀ ਘਾਲਨਾ ਸਫਲ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ ਕਿ ਨਾਮ ਸਿਮਰਨ ਵਾਲਿਆਂ ਦੇ ਮੁਖ ਉਜਲ ਹੁੰਦੇ ਹਨ ਅਤੇ ਕਿਤਨੀ ਲੋਕਾਈ ਉਹਨਾਂ ਦੀ ਸੰਗਤ ਕਰਕੇ ਮੁਕਤ ਹੋ ਜਾਂਦੀ ਹੈ। ਸ਼ਲੋਕ ਦੀ ਕਥਾ ਦੀ ਸਮਾਪਤੀ ਤੋਂ ਬਾਅਦ ਲਾਲਾ ਜੀਤਾ ਰਾਮ ਨੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ, ਪਵਨ ਗੁਰੂ ਪਾਣੀ ਪਿਤਾ ਅਤੇ ਧਰਤੀ ਨੂੰ ਵੱਡੀ ਮਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਉਂ ਆਖਿਆ ਹੈ? ਤਾਂ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਪਵਨ ਗੁਰੂ ਪਾਣੀ ਪਿਤਾ ਅਤੇ ਮਾਤਾ ਧਰਤ ਮਹਤ ਦੇ ਵਿਆਖਿਆ ਕਰਦਿਆਂ ਹਾਜ਼ਰ ਸੰਗਤਾਂ ਨੂੰ ਇਸ ਤਰ੍ਹਾਂ ਸਮਝਾਇਆ ਕਿ ਪਵਨ ਨੂੰ ਵਾਯੂ, ਹਵਾ ਅਤੇ ਪ੍ਰਾਣ ਵੀ ਕਿਹਾ ਜਾਂਦਾ ਹੈ। ਬੇਜਾਨ ਵਸਤੂ ਜੀਵ ਨੂੰ ਜਾਨ ਜਾਂ ਪ੍ਰਾਣ ਵਾਯੂ ਰਾਹੀਂ ਹੀ ਪ੍ਰਾਪਤ ਹੁੰਦੇ ਹਨ। ਬੇਜਾਨ ਵਸਤੂ ਜੀਵ ਨੂੰ ਜਾਨ ਜਾਂ ਪ੍ਰਾਣ ਵਾਯੂ ਰਾਹੀਂ ਹੀ ਪ੍ਰਾਪਤ ਹੁੰਦੇ ਹਨ ਅਤੇ ਹਰ ਜੀਵ ਜਾਨਦਾਰ ਜੀਵ ਦੇ ਸਾਰੇ ਜੀਵਨ ਦਾ ਆਧਾਰ ਪਵਨ ਹੀ ਹੈ। ਜਿਵੇਂ ਗੁਰੂ ਗਿਆਨ ਰੂਪੀ ਚਾਨਣ ਦੇ ਕੇ ਜੀਵਨ ਦੇ ਹਨੇਰੇ ਨੂੰ ਦੂਰ ਕਰਦਾ ਹੈ, ਇਸੇ ਤਰ੍ਹਾਂ ਪਵਨ ਵੀ ਜੜ ਵਸਤੂ ਜੀਵ ਨੂੰ ਪ੍ਰਾਣ ਰੂਪੀ ਪ੍ਰਕਾਸ਼ ਦਿੰਦੀ ਹੈ ਅਤੇ ਇਹ ਕਰਮ ਸਾਰੇ ਜੀਵਾਂ ਦੇ ਜੀਵਨ ਪ੍ਰਯੰਤ ਚੱਲਦਾ ਰਹਿੰਦਾ ਹੈ। ਸਾਰੇ ਜੀਵਾਂ ਦੇ ਜੀਵਨ ਪ੍ਰਯੰਤ ਚੱਲਦਾ ਰਹਿੰਦਾ ਹੈ। ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਗੂ ਨੂੰ ਹਨੇਰਾ ਅਤੇ ਰੂਹ ਨੂੰ ਚਾਨਣ ਦੱਸਦੇ ਹਨ। ਇਸ ਲਈ ਗੁਰੂ ਦਾ ਅਰਥ ਚਾਨਣ ਦੇ ਕੇ ਹਨੇਰਾ ਦੂਰ ਕਰਨ ਵਾਲਾ ਵਿਅਕਤੀ ਹੈ। ਇਸ ਲਈ ਗੁਰੂ ਦਾ ਅਰਥ ਚਾਨਣ ਦੇ ਕੇ ਹਨੇਰਾ ਦੂਰ ਕਰਨ ਵਾਲਾ
ਵਿਅਕਤੀ ਹੈ। ਪਿਤਾ ਦਾ ਕਰਮ ਜਨਮ ਦੇਣ ਤੇ ਪਾਲਣਾ ਹੈ। ਪਾਣੀ ਦੇ ਬਿਨਾ ਨਾ ਮਨੁੱਖ ਜੀਵਨ, ਪਾਣੀ ਤੋਂ ਬਿਨਾ ਨਾ ਮਨੁੱਖ ਜੀਵਨ ਰਹਿ ਸਕਦਾ ਹੈ, ਨਾ ਮਨੁੱਖ ਦਾ ਜੀਵਨ ਰਹਿ ਸਕਦਾ ਹੈ ਅਤੇ ਨਾ ਹੀ ਵੱਧ ਸਕਦਾ ਹੈ। ਸੰਸਾਰ ਤੇ ਸਾਰੇ ਜੀਵ ਅਤੇ ਅਜੀਵ ਪ੍ਰਾਣੀ ਰਾਹੀਂ ਉਪਜੀਆਂ ਚੀਜ਼ਾਂ ਤੇ ਹੀ ਜੀਵਨ ਆਧਾਰ ਰੱਖਦੇ ਹਨ। ਇਸ ਲਈ ਪਾਣੀ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਪਿਤਾ ਦਾ ਦਰਜਾ ਦਿੱਤਾ ਹੈ। ਮਾਤਾ ਦਾ ਸਥਾਨ ਜੀਵਾਂ ਦੇ ਜਨਮ ਅਤੇ ਵਿਕਾਸ, ਪਾਲਣ ਪੋਸ਼ਣ ਵਿੱਚ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਇਸ ਲਈ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਵੱਡੀ ਮਾਤਾ ਦਾ ਨਾਂ ਦਿੱਤਾ ਹੈ। ਜਦੋਂ ਸੰਪੂਰਨ ਜਪਜੀ ਸਾਹਿਬ ਜੀ ਦੀ ਕਥਾ ਭਾਈ ਜੀਤਾ ਰਾਮ ਬਤਰਾ ਅਤੇ ਹੋਰ ਸੰਗਤਾਂ ਨੇ ਸੁਣੀ ਤਾਂ ਭਾਈ ਜੀਤਾ ਰਾਮ ਜੀ ਬਤਰਾ ਗਦ ਹੋ ਗਏ ਅਤੇ ਉਹਨਾਂ ਮੰਗ ਮੰਗੀ, ਸਤਿਗੁਰੂ ਜੀ ਸਾਨੂੰ ਅਸੀਸ ਦਿਓ ਕਿ ਸਾਡੇ ਹਿਰਦਿਆਂ ਵਿੱਚ ਜਪਜੀ ਸਾਹਿਬ ਦਾ ਇੱਕ ਅੱਖਰ ਵਸ ਜਾਏ। ਇਹ ਕਹਿ ਕੇ ਭਾਈ ਜੀਤਾ ਰਾਮ ਬਤਰਾ ਨੇ ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਰੁਦਨ ਕਰਨ ਲੱਗਾ ਤਾਂ ਸਤਿਗੁਰੂ ਜੀ ਨੇ ਭਾਈ ਜੀਤਾ ਰਾਮ ਨੂੰ ਧੀਰਜ ਦੇ ਕੇ ਅਸੀਸ ਦਿੱਤੀ, ਤੂੰ ਨਿਹਾਲ ਹੋਇਓ, ਤੂੰ ਸ੍ਰੀ ਸਤਿਗੁਰੂ ਸਾਧੂ ਰਾਮ ਜੀ ਦਾ ਲਾਡਲਾ ਸੇਵਕ ਹੈ, ਤੂੰ ਉਹਨਾਂ ਦਾ ਬਰਸਾਇਆ ਹੋਇਆ ਹੈ। ਇਹ ਸੁਣ ਕੇ ਭਾਈ ਜੀਤਾ ਰਾਮ ਨੇ ਬੇਨਤੀ ਕੀਤੀ, ਸਾਹਿਬ ਜੀਓ ਛੁਪਾਂਦਰਾ ਛੱਡੋ, ਤੁਸੀਂ ਹੀ ਸਤਿਗੁਰੂ ਸਾਧੂ ਰਾਮ ਜੀ ਦਾ ਸਰੂਪ ਹੋ, ਤੁਸਾਂ ਵਿੱਚ ਹੀ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਰਹੇ ਹਨ। ਉਸ ਵਕਤ ਸੰਗਤ ਵਿੱਚ ਕੁਝ ਬੰਦੇ ਬੈਠੇ ਹੋਏ ਸਨ ਜਿਨ੍ਹਾਂ ਨੇ ਸ੍ਰੀ ਸਤਿਗੁਰੂ ਜੀ ਤੋਂ ਨਾਮ ਨਹੀਂ ਸੀ ਲਿਆ ਹੋਇਆ। ਉਹਨਾਂ ਨੇ ਵੀ ਆਪ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ ਸਾਡੇ 'ਤੇ ਵੀ ਨਾਮ ਦੀ ਬਖਸ਼ਿਸ਼ ਕਰੋ। ਤਾਂ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਰਹਿਣੀਆਂ ਦਸੀਆਂ ਤਾਂ ਸਾਹਿਬਾਂ ਨੇ ਇੱਕ ਕਰਕੇ ਜਿਨ੍ਹਾਂ ਨਾਮ ਨਹੀਂ ਸੀ ਲਿਆ ਹੋਇਆ ਉਹਨਾਂ ਨੂੰ ਨਾਮਦਾਨ ਦੀ ਦੇਣ ਦੀ ਕਿਰਪਾਲਤਾ ਕੀਤੀ ਅਤੇ ਸੰਗਤ ਆਪੋ ਆਪਣੇ ਘਰਾਂ ਨੂੰ ਗਈ। ਭਾਈ ਜੀਤਾ ਰਾਮ ਵੀ ਸਾਹਿਬਾਂ ਤੋਂ ਅਸੀਸ ਲੈ ਕੇ ਆਪਣੇ ਘਰ ਚਲੇ ਗਏ। ਉਹਨਾਂ ਦਾ ਹਿਰਦਾ ਸਾਹਿਬਾਂ ਦੇ ਸ਼ੁਕਰਾਨੇ ਨਾਲ ਭਰਿਆ ਹੋਇਆ ਸੀ ਅਤੇ ਮਨ ਗਦਗਦ ਸੀ। ਉਸ ਵਕਤ ਸੰਗਤ ਵਿੱਚ ਕੁਝ ਬੰਦੇ ਬੈਠੇ ਹੋਏ ਸਨ ਜਿਨ੍ਹਾਂ ਨੇ ਸ੍ਰੀ ਸਤਿਗੁਰੂ ਜੀ ਤੋਂ ਨਾਮ ਨਹੀਂ ਸੀ ਲਿਆ ਹੋਇਆ। ਉਹਨਾਂ ਨੇ ਵੀ ਆਪ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ ਸਾਡੇ 'ਤੇ ਵੀ ਨਾਮ ਦੀ ਬਖਸ਼ਿਸ਼ ਕਰੋ। ਤਾਂ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਰਹਿਣੀਆਂ ਦਸੀਆਂ ਤਾਂ ਸਾਹਿਬਾਂ ਨੇ ਇੱਕ ਕਰਕੇ ਜਿਨ੍ਹਾਂ ਨਾਮ ਨਹੀਂ ਸੀ ਲਿਆ ਹੋਇਆ ਉਹਨਾਂ ਨੂੰ ਨਾਮਦਾਨ ਦੇਣ ਦੀ ਕਿਰਪਾਲਤਾ ਕੀਤੀ ਅਤੇ ਸੰਗਤ ਆਪੋ ਆਪਣੇ ਘਰਾਂ ਨੂੰ ਗਈ। ਭਾਈ ਜੀਤਾ ਰਾਮ ਵੀ ਸਾਹਿਬਾਂ ਤੋਂ ਅਸੀਸ ਲੈ ਕੇ ਆਪਣੇ ਘਰ ਚਲੇ ਗਏ। ਉਹਨਾਂ ਦਾ ਹਿਰਦਾ ਸਾਹਿਬਾਂ ਦੇ ਸ਼ੁਕਰਾਨੇ ਨਾਲ ਭਰਿਆ ਹੋਇਆ ਸੀ ਅਤੇ ਮਨ ਗਦਗਦ ਸੀ।
साखी पूरी हुई। राम कली महला तीजा आनंद एक ओंकार सतगुर प्रसाद आनंद पिया मेरी माए। सतगुरु मैं पाया सतगुर ता पाया सह चित मन वजिया वदाइया। राग रतन परवार परिया सबद गावण आय। सब दोष गावो हरि केरा मन जिनि वसाया। कहे नानक आनंद हो सतगुरु मैं पाया। ए मन मेरे तू सदा रो हर नाल रो तू मन मेरे दुख सब विसारना। अंगीकारो करे तेरा कार सब सवार। सब नागला समरथ स्वामी सो क्यों मनो विसारे। कहे नानक मन मेरे सदा रो हर नाल। साचे साहेबा क्या नहीं करते रे। करता तेरे सब कुछ है जिस दे सो पावै। सदा शिव सहलाते नाम मन वसावै। नाम जिनके मन वसिया वाजे शब्द कनेर। कहे नानक सच्चे साहिब क्या नहीं। साचा नाम मेरा आधारो। सच नाम आधार मेरा जिन भुखा सब गवाय। कर सांत सुख मन आय वस्या जिन इच्छा सब हो जाय। सदा कुर्बान की ठाकुर विटो जिसदियां ए वडियाइया। कहे नानक सुनो संत सब तरो प्यारो। साचा नाम मेरा आधा वाजे पंच शब्द घर सभा के घर सभा के शब्द वाज। कल्ला जिस कर तारिया पांच दो तुझ कीते काल कंटक मार। तुर करम पाया तो जिनको से नाम हर के लागे। कहे नानक तै सुख हो तितकर अनहद वाजे। अनंत नो वड भागियो सगल मनोरथ पूरे। पार ब्रह्म प्रपाया उतरे सगल वसूरे। दुख रोग संताप उतरे सुनी सच्ची बाणी। संत साजन पै सर्च पूरे गुरते जान। सुनते पुनि कहते पवे सतगुर रया भरपूर। बिन वंटना ने गोचरण लाग वाजे अनया तुरे श्लोक। पवन गुरु पाणी पिता माता तत महात। देवसरा तो डाई दाया खेला सगल जगात। चंगिया या बुरे आईया वाचा धर्म अधूर। कर्मी आपो आपनी के नेड़े के दूर। जिनी नाम ते आया गए नानक ते मुखे उजले केती छुट्टी ना। जिनी नाम ते आया गए मस्कट काल। नानक ते मुखे उजले केती छोटे नाल। तुझ आगे अरदास हमारी जियो पिंड सब तेरा प्यारिया। नानक सब तेरी वडियाई कोई नाम न जाने। मेरा सतगुरु नानक सब तेरी वडियाई कोई नाम न जाने। मेरा सतगुरु कहो नानक सब तेरी वडियाई कोई नाम न जाने। मेरा सतगुरु एक ओंकार सतगुर प्रसाद अरदास। तुझे आगे अरदास हमारी जियो पिंड सब तेरा। कोह नानक सब तेरी वडियाई कोई नाम न जाने। मेरा आद निरंकार जी सिमर कै गुरु नानक ले ध्याए। फिरंगट टे गुरु अमरदास रामदास ते होए सहाय। अर्जन हर गोविंद नो सिमरो तिरी हर राय। श्री हर कृष्ण ते आइए जे डिठे तब दुख जाए। एक बात सिमरिया कारणो निध आवे ताए। सब थाई होना ताए। दसवें पातशाह श्री गुरु गोबिंद सिंह जी महाराज सब थाई होना ताए। धन धन साहब
श्री ग्रंथ साहब जी आप जी की महिमा कही न जाए। धन धन सतगुरु बालक सिंह साहब जी जा धंधा मार्ग दिया बताए। धन धन सतगुरु संगता साहब जियो सतगुरु राम सिंह साहब जी जा नाम दिया वर्ताए। धन धन सतगुरु नारायण दास साहब जी जिन जम तो लिया चढ़ाए। धन धन सतगुरु साधु राम साहब जी जिन चरनी लिया लगाए। धन धन सतगुरु भगवान दास साहब जी जो अंते हुए सहाय। धन धन सतगुरु सेवा राम साहब जी जो अंग संग हुए सहाय। अंतरजामी सतगुरु जियो आसरा हजूरो जारा जुहुरो सर्व कला का पूर्ण पातशाह जियो इस वक्त आप बख्शे के रहमत करियो। अमृत तो लैके हुण तक अपने सोहने दरबार सजा के सरबत साध संगत नूं दर्शन दे के निहाल करियो। आप जी दा कोटंग कोटंग धन्यवाद है। आप जी दे भाणे अंदर चार पैर आठ सुख और शांता प्रीत हुई है। आप जी दे भाणे अंदर चार पैर दिन आया है। आप जी नूं भावे सुख और शांति गुजारनी बख्शिश करनी रहमत करनी कृपा करनी तरस करनी दया करनी नानक नदरी नदर निहाल करनी। अति कलयुग जीवा खिन खिन बोलने हारा रोम रोम गुनागारा ना भुल्ली ना भुलावी ना विसरी ना वितारी। ओ काम करवाने जो आप जी नूं भावन ओ काम ना कवाने जो आप तो बेमुख होण। अंतरजामी सतगुरु जियो आप जी ने बख्शिश रहमत कृपा की है। हो मूर्ख कारे लाहिया नानक हर कमे पातशाह जियो अमृत तो लैके हुण तक आप जी दे सोहणे सठ दरबार अंदर दोवान सजे हन। सजे दोहांदर पातशाह जियो जप प्रयोग नूं मुख रखदे होए नितनेम वरनी साहब जी होए हन। तारिया जहान लिया विमान जिन्नी दर्शन पाया जिन्नी तुनू धन किया तिन मनेड़ न आया। गुरदेवतां दे पाठ होए हन सुखमनी साहब जी दे पाठ होए हन। धन धन सतगुरु भगवान दास साहब जियो आप दा जीवन चरित गुर इतिहास होया है। आनंद साहब 6 पौड़ियां दे पाठ होए हन। बाणी पढ़दियां होया नाम जपदियां होया बाणी सुनदियां होया बच्चियां सेवकां पासों अनेकां प्रकार दियां गलतियां दे बेटियां होणगियां। अनजान बच्चे समझ के माफ करना अगों तो समात बखनी शुद्ध बाणी पढ़न दी बल उद्यम उत्साह ते प्यार बखना आई हुई सबत साथ संग दे कार्य रास करने कदम लेके लावने गाविया सुनिया थाएं पावना साहब जियो अरदास से बेनती है। आप जी का महान प्रमाण है। सतगुरु आयो संतोहारी मिले सुख ना मर शोभा चिंता लाए हमारी रहो अवर न सूझे दूजी ठायर हार परो तो द्वारे लेखा छोट अलेखा छूटे हम निर्गुण ले उबारी। सत बख्शिन सदा मेरवाना सबना दे आधारी नानक दास संत पातशाह परियो राख ले बारे। जो मांगे ठाकर अपने ते सोई तो ही देवे नानक दास मुक्ते जो बोले इया उवा सच होवे। शबद नूं मुख दे पातशाह जियो जो जो माई भाई आप जी दे सोहणे सठ दरबार अंदर अरदासां ते बेनतियां कारियां सरबत साध संगत दियां शुभ मनोकामना पूर्ण करनियां। सरबत साध संगत नूं नाम दान इशनान चार पदार्थ पुछ के आदियां ब्यादियां उपाध्य बचा के चरना का प्यार बखना साध संग दी सेवा बखनी मन नीवा मत उच्ची बखनी मेहर परिया हाथ तखना नाम रियो साधु रियो गुरु गोबिंद को नानक ए जगत में किन जपियो गुर मंत संत शरण जो जन पर है सो जन उद्रने हार संत की निंदा नानका बोहड़ बोहड़ अवतार सेवा को दोनों भले एक संत एक राम राम जो दाता मुक्त को संत जपावे नाम जन पर उपकारी आए
जी दान दे भगती लाहन हर चो लहन मलाए अंबट ले आप तो आज्ञा लैके आप दे सोहने रूप पोती साहब का प्रकाश होया सी और आप तो आज्ञा लैके आप दा जीवन पूरे इतिहास होया। इस वक्त आप तो आज्ञा लैके पोती साहब की सेवा होएगी, सवारा साहब होएगा। आज्ञा ते प्रवानगी बखनी, बख्शिश करनी, रहमत करनी अते अपने निस्तां ते जान दी कृपालता करनी, परिवार नूं अते सरबत साधन नूं सदा वास्ते हर प्रकार दियां खुशियां दी दात बखनी। अपनी सेवा आप जानी, अपने कारज आप सवारने। आप जी दे भरख जन चो कड़ाप चाह देगा हाजर है, आप जी रत्नी लाइक होवे, आप जी दा तीत प्रचार सबत साथ संगते वरते सही सज्जन मिलने जिन्ना मिलिया आप जी दा सोहना पवित्र नाम चेतावे। श्री गुरु नानक नाम चढ़दी कला तेरे पाने सरबत का भला। बोले सो चरण ताज के तोय तोय पियो अरप साधि को अपना जियो साध की तूड़ करो साध ऊपर जाइए कुर्बान साध सेवा बड़ भागी पाए साध संग हरि कीर्तन गाइए। अनेक बेगन ते साधु लाखे हर गुण गाय अमृत रस चाखे ओट गए जी संतन दर आया सर्ब सुख नानक ते पाया ओट गए जी सहबान दर आया सर्ब सुख साते गुर संग ते पाया तारे जान ले आया बेमान जिनी दर्शन पाया जिनी तुडनू धन गया तेन जम नेड़े ना तारे जान ले आया बेमान जिनी दर्शन पाया जिनी तुडनू धन गया तेन जम नेड़े ना तारे जान लिया अभिमान जिनी दर्शन पाया जिनी तुडनू धन गया तेन जम नेड़े ना तारे जान लिया अभिमान जिनी दर्शन पाया जिने तुडनू धन गया तेन जम नेड़े ना जिने तुडनू धन गया तेन जम नेड़े नया जोड़ी गुर से खड़ा तेने लागा पाओ जियो आका बिरता जी की गुर सज्जन दे मिलाए जियो गुर सिखा की आर धूड़ दे हम पापी भी काट पाए तुर मस्तक आर प्रभ लिखिया गुरु नानक मिलिया आए सब इच्छा पूरियां जा पाया अग में अपारा गुरु नानक मिलिया पार ब्रह्म तेरे चरना को बलिहारा गुरु नानक मिलिया पार ब्रह्म तेरे चरना को बलिहारा। बिलावल महला पंजवा मीत हमारे साजना
राखे गोविंद निंदक मृतक होए गए तुम हो न चेंद मीत हमारे साजना राख गोविंद निंदक मृतक होए गए तुम हो न चेंद राहो सगल मनोरथ प्रभ किए पेट गुरुदेव जय जयकार जगत में सफल जागी सेव ऊंच अपार अगनंत हार सब जी जिते हाट नानक प्रभ तर नागटे जत कट मेरे साठ ऊंच अपार अनंत हार सब जी जिते हाट नानक प्रभ तर नागटे जट कट मेरे साठ बोले तो निहाल श्री अकाल अंतन श्री गुरु नानक साहेब आप जी दी सदाई जय धन धन सतगुरु बालक सिंह साहेब आप जी दी सदाई जय धन धन सतगुरु संगता साहेब आप जी दी सदाई जय धन धन सतगुरु नारायण दास साहेब आप जी दी सदाई जय धन धन सतगुरु साधु राम साहेब आप जी दी सदाई जय धन धन सतगुरु भगवान दास साहेब आप जी दी सदाई जय धन धन सतगुरु सेवा राम साहेब आप जी दी सदाई जय धन धन साहेब संत माता जी आप जी नू कोटि कोटि नमस्कार।